गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं भेद दे रहे कि साडे मन नूं जदों इस संसार च खेलण वास्ते भेजिया जाता है, सानू समा दिता जाता है चारों युगां दा, चौं युगां नूं चौंकड़ी आके ये हुण सानू ये खेल दे विच खेलदे खेलदे नूं चौथा युग कलयुग हुण मारे फिर सानू समझाउंदे कि जदों सानू ये खेल च उतारिया गया सी सतयुग दे विच साडे मन नूं परमहंस कहा जाता सी, बई मेरा बच्चा परमहंस। सतयुग बीत गया, अगे द्वापर आ गया, फिर मानस कहन लगे त्रेता आ गया, साडे अंदर मौमी आ गई, असीं फिर अपने घर वापस लंघे। हुण ये चौथा युग कलयुग आ गया, ये जिहड़ा मन सी वो प्रेत बन गया, उहने प्रेत रूप धारण कर लिया। हुण कलयुग दे विच किहड़े मन प्रेत ने जिन्हां ने परमात्मा दी निरंकार की पहचान नहीं की, जिन्हां ने वाहिगुरू की पहचान नहीं की, वो मन ने जिहड़े कलयुग दे विच वो सारे प्रेत ने। मारे फरमाउंदे कल मैं प्रेत जिन्नी राम न पछात, सतयुग परमहंस विचारी, द्वापर त्रेता मानस वरते, विरले होमे मारी। हुण आपां नूं कहिंदे भी तुसीं देखो अपने अंदर झाती मार के, तुसीं कौन? ये तुसीं परमहंस हो, तुसीं मानस हो कि जां तुसीं प्रेत हो? हुण जिहड़ा मन प्रेत बनिया उहदियां फिर निशानियां दस्सियां भी जिहड़ा मन प्रेत बन जांदा वो हउमे हंकार विच रहिंदा, वो वैर विरोध करदा, निंदिया चुगली उहनूं प्यारी लगदी, दूसरियां दे नाल ईरखा नफरत करनी, लड़ाइयां झगड़े करने, फिक्का बोलना, ये जिहड़ा मन प्रेत बनिया उहदियां निशानियां, उहदे लक्षण।
ਜਿਹੜਾ ਮਨ ਫਿਰ ਪ੍ਰੇਤ ਬਣ ਜਾਂਦਾ ਉਹ ਦੁਖੀ ਬਹੁਤ ਜ਼ਿਆਦਾ। ਦੁੱਖ ਉਹਨੂੰ ਕੋਈ ਹੋਰ ਨਹੀਂ ਦਿੰਦਾ, ਉਹਨੂੰ ਕੋਈ ਹੋਰ ਭੂਤ ਪ੍ਰੇਤ ਨਹੀਂ ਚੰਬੜਦਾ ਬਾਹਰੋਂ, ਉਹ ਆਪ ਹੀ ਪ੍ਰੇਤ ਬਣਿਆ ਹੋਇਆ। ਸਭ ਤੋਂ ਵੱਡਾ ਪ੍ਰੇਤ ਉਹ ਆਪ ਹੈ ਜਿਹੜਾ ਮਨਮੁਖ। ਇਸ ਲਈ ਮਹਾਰਾਜ ਕਹਿੰਦੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਵੀ ਜਿਹੜਾ ਮਨ ਪ੍ਰੇਤ ਬਣ ਗਿਆ ਉਹ ਬੜਾ ਦੁਖੀ, ਆਪ ਵੀ ਦੁਖੀ ਤੇ ਅੱਗੇ ਜਿਹੜਾ ਹੋਰ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਵੀ ਦੁਖੀ ਕਰ ਦਿੰਦਾ, ਹੋਰ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਵੀ ਦੁੱਖ ਪੈਦਾ ਕਰ ਦਿੰਦਾ। ਇਸ ਵਾਸਤੇ ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਕਲਯੁਗ ਦੇ ਵਿੱਚ ਉਹ ਜੀ ਪ੍ਰੇਤ ਨੇ ਜਿਹੜੇ ਸਿਮਰਨ ਨਹੀਂ ਕਰਦੇ, ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਉਹ ਮਨ ਪ੍ਰੇਤ ਬਣੇ, ਉਹ ਭੂਤ ਨੇ ਤੇ ਉਹ ਫਿਰ ਦੁਖੀ ਹੁੰਦੇ, ਉਹਨਾਂ ਦੇ ਪਰਿਵਾਰਾਂ 'ਚ ਸ਼ਾਂਤੀ ਰਹਿ ਹੀ ਨਹੀਂ ਸਕਦੀ। ਜਿੱਥੇ ਸਾਰੇ ਪ੍ਰੇਤ ਇਕੱਠੇ ਹੋ ਜਾਣ, ਪ੍ਰੇਤ ਇੱਕ ਬਣਿਆ ਹੋਵੇ, ਉਹ ਸਾਰੇ ਪਰਿਵਾਰ ਦਾ ਸੰਤੁਲਨ ਵਿਗਾੜ ਦਿੰਦੇ, ਤੇ ਜਿੱਥੇ ਸਾਰੇ ਭੂਤ ਨੇ ਪ੍ਰੇਤ ਇਕੱਠੇ ਹੋ ਜਾਣ ਤੇ ਉੱਥੇ ਆ ਕੇ ਵੀ ਪਰਿਵਾਰ 'ਚ ਸ਼ਾਂਤੀ ਹੋਵੇ, ਸੁੱਖ ਹੋਵੇ, ਤੇ ਉੱਥੇ ਸੁੱਖ ਕਿੱਥੇ, ਸ਼ਾਂਤੀ ਕਿੱਥੇ। ਸੋ ਐਸੀ ਅਵਸਥਾ 'ਚ ਫਿਰ ਸਤਿਗੁਰੂ ਸਮਝਾਉਂਦੇ ਵੀ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਫਿਰ ਕਿਸੇ ਜੀਵ ਨੂੰ ਸਿਮਰਨ ਤੇ ਲਾਉਣਾ, ਪਰਮਾਤਮਾ ਦੇ ਗੁਣ ਗਾਉਣੇ, ਸਤ ਸੰਗਤ ਕਰਾਉਣੀ, ਇਹ ਸਭ ਤੋਂ ਵੱਡਾ ਪੁੰਨ ਹੈ। ਰਮਾਉਂਦੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ, ਕਿ ਮਾਲਕ ਦੇ ਗੁਣ ਗਾਉਣੇ, ਪਰਮਾਤਮਾ ਦੇ, ਇਹ ਹੈ ਪੁੰਨ, ਇਹ ਹੈ ਦਾਨ। ਆਓ ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਪਾਂ ਨੂੰ ਉਪਦੇਸ਼ ਦੇ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਆਪਾਂ ਵਿਚਾਰ ਕਰ ਰਹੇ ਹਾਂ। ਕੱਲ੍ਹ ਆਪਾਂ 13ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੀ ਸੀ, 2 ਪਦੀਆਂ ਤੱਕ ਆਪਾਂ ਵਿਚਾਰ ਕੀਤੀ ਸੀ, ਤੇ ਮਹਾਰਾਜ ਸਾਨੂੰ ਇਹਦੇ ਵਿੱਚ ਫਿਰ ਸੰਤਾਂ ਦਾ ਭੇਦ ਦਿੰਦੇ, ਤੇ ਜਿਹੜਾ ਮਨਮੁਖ ਹੈ, ਜਿਹੜਾ ਮਨ ਪ੍ਰੀਤ ਬਣਿਆ, ਉਹਦਾ ਵੀ ਦੱਸਦੇ, ਤੇ ਸੰਤਾਂ ਦੀ ਵੀ ਸੋਭਾ, ਸੰਤ ਦੀ ਮਹਿਮਾ ਵੀ ਦੱਸਦੇ। ਮਹਾਰਾਜ ਫਰਮਾਉਂਦੇ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖੰਟੇ ਕਾ ਨਾ ਪਾਈ। ਹੁਣ ਜਿਹੜਾ ਮਨ ਪ੍ਰੀਤ ਬਣਿਆ ਉਹ ਨਿੰਦਕ ਹੈ। ਹੁਣ ਉਹ ਨਿੰਦਿਆ ਕਰਦਾ ਸੰਤਾਂ ਦੀ, ਜਿਹੜੇ ਮਾਲਕ ਦੇ, ਪਰਮਾਤਮਾ ਦੇ, ਨਿਰੰਕਾਰ ਦੇ ਨੌਕਰ ਚਾਕਰ, ਜਿਹੜੇ ਉਹਦੇ ਬੋਲੇ। ਹੁਣ ਉਹਨਾਂ ਦੀ ਜਦੋਂ ਨਿੰਦਿਆ ਕਰਦਾ, ਮਹਾਰਾਜ ਕਹਿੰਦੇ ਬਈ ਹਉਮੈ ਹੰਕਾਰ ਦੇ ਵਿੱਚ ਉਹ ਅੱਤ ਚੁੱਕੀ ਰੱਖਦਾ, ਹੰਕਾਰੀ ਹੋਇਆ ਹੋਇਆ। ਤੇ ਫਿਰ ਮਹਾਰਾਜ ਕਹਿੰਦੇ ਸੰਤ ਦਾ ਜਿਹੜਾ ਨਿੰਦਕ, ਫਿਰ ਉਹ ਇੱਕ ਖਿੰਨ ਵੀ ਉਹਦਾ ਜਿਹੜਾ ਮਨ ਹੈ ਉਹ ਟਿਕਾਊ ਵਿੱਚ ਨਹੀਂ ਆਉਂਦਾ, ਟਿਕਦਾ ਨਹੀਂ ਹੈ। ਹਰ ਸਮੇਂ ਉਹਨੇ ਦੁਖੀ ਹੀ ਰਹਿਣਾ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਉਹਦੇ ਮਨ ਨੇ ਦੁਰਮਤ ਦੀ ਅਗਨ ਦੇ ਵਿੱਚ ਜਲਦੇ ਰਹਿਣਾ। ਇਸ ਲਈ ਫਿਰ ਜਿਹੜਾ ਸੰਤਾਂ ਦਾ ਨਿੰਦਕ, ਉਹਦਾ ਮਨ ਹੈ ਜਿਹੜਾ ਉਹ ਟਿਕਦਾ ਨਹੀਂ, ਉਹ ਟਿਕਾਊ ਵਿੱਚ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਵੀ ਆਪ ਤਾਂ ਉਹ ਕਿਸੇ ਨੂੰ ਇੱਕ ਚੁੱਲ੍ਹੂ ਭਰ ਵੀ ਪਾਣੀ ਨਹੀਂ ਦਿੰਦਾ, ਮਨਮੁਖ ਸੰਤਾਂ ਦਾ ਜਿਹੜਾ ਨਿੰਦਕ। ਤੇ ਨਿੰਦਾ ਉਹਨਾਂ ਸੰਤਾਂ ਦੀ ਕਰਦਾ, ਗੁਰਮੁਖਾਂ ਦੀ, ਜਿਨ੍ਹਾਂ ਨੇ ਗਿਆਨ ਦੀ ਗੰਗਾ ਬਹਾ ਰੱਖੀ। ਮਹਾਰਾਜ ਕਹਿੰਦੇ ਆਪ ਉਹਨਾਂ ਦੇ ਚੁੱਲ੍ਹੂ ਭਰ ਪਾਣੀ ਤਹਿ ਨਿੰਦੇ ਜਿਹ ਗੰਗਾ ਆਨੀ। ਬਈ ਆਪ ਤਾਂ ਕਿਸੇ ਨੂੰ ਕੋਈ ਸੁੱਖ ਦੇ ਨਹੀਂ ਸਕਦਾ,
ਆਪ ਦਾ ਕਿਸੇ ਦੇ ਮਨ ਨੂੰ ਸ਼ਾਂਤੀ ਦੇ ਨਹੀਂ ਸਕਦਾ, ਕਿਉਂਕਿ ਆਪ ਹੀ ਦੁਖੀ, ਆਪ ਹੀ ਪ੍ਰੀਤ ਬਣਿਆ। ਤੇ ਨਿੰਦਾ ਉਹਨਾਂ ਦੀ ਕਰਦਾ ਸੰਤਾਂ ਦੀ, ਮਾਲਕ ਦੇ ਪਿਆਰਿਆਂ ਦੀ, ਜਿਨ੍ਹਾਂ ਨੇ ਗਿਆਨ ਦੀ ਗੰਗਾ ਬਹਾ ਰੱਖੀ ਵੀ, ਜਿਨ੍ਹਾਂ ਨੇ ਗਿਆਨ ਦੇ ਦੇ ਕੇ ਪਤਾ ਨਹੀਂ ਕਿੰਨੇ ਕੁ ਜੀਵਾਂ ਨੂੰ ਸੁਖੀ ਕਰ ਦਿੱਤਾ, ਕਿੰਨੇ ਕੁ ਜੀਵ ਉਹਨਾਂ ਦਾ ਸੰਗ ਕਰਕੇ ਤਰ ਜਾਂਦੇ। ਇਸ ਲਈ ਫਿਰ ਇਹ ਜਿਹੜਾ ਮਨ ਪ੍ਰੀਤ ਬਣਿਆ, ਉਹਦੀ ਇਹ ਨਿਸ਼ਾਨੀ ਵੀ ਉਹ ਨਿੰਦਾ ਕਰੇਗਾ ਸੰਤਾਂ ਦੀ, ਉਹ ਵੈਰ ਵਿਰੋਧ ਕਰੇਗਾ, ਈਰਖਾ ਨਫ਼ਰਤ ਕਰੇਗਾ, ਹਉਮੈ ਹੰਕਾਰ ਵਿੱਚ ਹੋਏਗਾ। ਇਹ ਜਿਹੜਾ ਮਨ ਪ੍ਰੀਤ ਬਣਿਆ ਉਹਦੇ ਲੱਛਣ ਦੇਖਣ ਨੂੰ ਮਾਨਸ ਸੀ, ਦੇਖਣ ਨੂੰ ਲੱਗਦਾ ਵੀ ਬੰਦਾ ਹੈ, ਪਰ ਗੁਰਬਾਣੀ ਗੁਰੂ ਕਹਿੰਦੇ ਵੀ ਇਹ ਮਾਨਸ ਨਹੀਂ, ਇਹ ਪ੍ਰੀਤ। ਤੇ ਇਹ ਪ੍ਰੀਤ ਬਣਿਆ ਹੋਇਆ ਫਿਰ ਉਹਦੀਆਂ ਮਾਰੇ ਨਿਸ਼ਾਨੀਆਂ ਦੱਸਦੇ, ਕਹਿੰਦੇ ਮਾਇਆ ਮੋਹ ਪ੍ਰੀਤ ਹੈ, ਵੀ ਮਾਇਆ ਦਾ ਮੋਹ ਫਿਰ ਉਹਨੂੰ ਪ੍ਰੀਤ ਬਣਾ ਦਿੰਦਾ। ਸੋ ਐਸੀ ਅਵਸਥਾ ਦੇ ਵਿੱਚ ਫਿਰ ਉਹ ਨਿੰਦਿਆ ਕਰਦਾ, ਹਉਮੈ ਹੰਕਾਰ ਦੇ ਵਿੱਚ ਜਲਦਾ ਤੇ ਆਪਦੇ ਆਪ ਹੀ ਦੁਖੀ ਹੋਈ ਜਾਂਦਾ। ਪ੍ਰੀਤ ਪਿੰਜਰ ਮੈਂ ਦੁੱਖ ਕਣੀਕੇ, ਵੀ ਉਹਨੂੰ ਫਿਰ ਦੁਖੀ ਕੋਈ ਹੋਰ ਨਹੀਂ ਕਰਦਾ, ਉਹ ਅੰਦਰੋਂ ਵਿਚਾਰਾਂ ਦੀ ਅਗਨ ਦੇ ਵਿੱਚ ਜਲਦਾ ਹੈ। ਤੇ ਇੱਕ ਹੁੰਦਾ ਹੈ ਉੱਦਾਂ ਪ੍ਰੀਤ, ਭੂਤ ਪ੍ਰੀਤ, ਜਿਵੇਂ ਜੂਨਾਂ ਨੇ, ਉਹ ਕਰੋੜਾਂ ਦੀ ਗਿਣਤੀ 'ਚ ਨੇ, ਆਪਣੇ ਨਾਲੋਂ ਵੀ ਜ਼ਿਆਦਾ ਨੇ। ਉਹਨਾਂ ਦੇ ਵੀ ਕਬੀਲੇ ਬਣੇ ਹੁੰਦੇ, ਪਿੰਡਾਂ ਦੇ ਪਿੰਡ ਹੁੰਦੇ, ਆਕਾਸ਼ ਲੋਕ 'ਚ ਵੱਸਦੇ, ਖਾਲੀ ਖਲਾ ਦੇ ਵਿੱਚ ਉਹ ਪਾਉਣਹਾਰੀ ਹੁੰਦੇ, ਧਰਤੀ 'ਤੇ ਆਉਂਦੇ ਪਰ ਇੱਥੇ ਰਹਿੰਦੇ ਨਹੀਂ ਹੈ, ਉਹ ਰਹਿੰਦੇ ਆ ਖਾਲੀ ਖਲਾ ਦੇ ਵਿੱਚ ਨਹੀਂ। ਤੇ ਉਹ ਜਿਹੜੇ ਭੂਤ ਪ੍ਰੀਤ ਉਹ ਇੱਕ ਜੂਨ ਹੈ ਵੱਖਰੀ, ਜਿਹਨੂੰ ਮਾਰੇ ਕਹਿੰਦੇ ਕਈ ਕੋਟ ਭੂਤ ਪ੍ਰੀਤ ਸੂਕਰ ਮਰਗਾਚ, ਵੀ ਕਈ ਕਰੋੜਾਂ ਦੀ ਗਿਣਤੀ 'ਚ ਨਹੀਂ ਉਹ। ਹੁਣ ਕਈ ਜੀਵ ਜਿਵੇਂ ਭਰਮ ਦੇ ਵਿੱਚ ਜਿਹੜੇ ਅਗਿਆਨੀ ਨੇ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਜਿਹੜੇ ਆਪ ਕਮਲੇ ਹੋਏ, ਜਿਹੜੇ ਸਤ ਸੰਗਤ ਕਰਦੇ ਨਹੀਂ, ਸਿਮਰਨ ਕਰਦੇ ਨਹੀਂ, ਕਰਾਹੇ ਪਏ ਹੋਏ, ਉਹ ਫਿਰ ਵਹਿਮਾਂ ਭਰਮਾਂ 'ਚ ਪਾ ਦਿੰਦੇ ਵੀ ਇਹਦੇ ਅੰਦਰ ਕੋਈ ਪ੍ਰੇਤ ਆ ਗਿਆ, ਭੂਤ ਆ ਗਈ, ਕੋਈ ਮਾਈ ਆ ਗਈ, ਜਾਂ ਕੋਈ ਪੀਰ ਆ ਗਿਆ, ਜਾਂ ਕੋਈ ਮਰਿਆ ਹੋਇਆ ਉਹ ਆ ਗਿਆ। ਹੁਣ ਆਪਾਂ ਨੂੰ ਗੁਰਬਾਣੀ ਗੁਰੂ 'ਚ ਸਮਝਾਇਆ ਵੀ ਹੋਰ ਕੋਈ ਭੂਤ ਪ੍ਰੇਤ ਨਹੀਂ ਆਉਂਦਾ, ਸਾਡਾ ਮਨ ਪ੍ਰੇਤ ਬਣ ਜਾਂਦਾ ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਜਦੋਂ ਅਸੀਂ ਸਤ ਸੰਗਤ ਨਹੀਂ ਕਰਦੇ। ਜਿਹੜਾ ਮਨਮੁਖ ਹੋ ਗਿਆ ਉਹ ਆਪ ਹੀ ਪ੍ਰੇਤ ਬਣਿਆ ਹੋਇਆ। ਤੇ ਜਦੋਂ ਉਹ ਪ੍ਰੇਤ ਬਣਿਆ, ਜਿਹੜੇ ਦੂਸਰੇ ਭੂਤ ਪ੍ਰੇਤ, ਉਹ ਤਾਂ ਉਹਦੇ ਨੇੜੇ ਉੱਦਾਂ ਹੀ ਨਹੀਂ ਆਉਂਦੇ, ਕਿਉਂਕਿ ਉਹਨਾਂ ਨੂੰ ਵੀ ਗਿਆਨ ਹੁੰਦਾ, ਉਹਨਾਂ ਨੂੰ ਸੋਝੀ ਹੁੰਦੀ ਬਈ ਉਹਨਾਂ ਨੂੰ ਪਤਾ ਵੀ ਇਹ ਸਭ ਤੋਂ ਵੱਧ ਤਾਕਤਵਰ ਹੈ, ਕਿਉਂਕਿ ਮਾਨਸ ਜਾਮੇ 'ਚ ਆਪਣੇ ਕੋਲ ਸਭ ਤੋਂ ਵੱਧ ਤਾਕਤ ਹੈ, ਸਭ ਤੋਂ ਵੱਧ ਸ਼ਕਤੀ। ਉਹਨਾਂ ਵਿੱਚ ਇੰਨਾ ਬਲ ਨਹੀਂ ਹੁੰਦਾ ਭੂਤਾਂ ਪ੍ਰੇਤਾਂ ਦੇ ਵਿੱਚ ਜਿੰਨਾ ਆਪਣੇ ਵਿੱਚ। ਇਸ ਕਰਕੇ ਜਿਹੜਾ ਮਨਮੁਖ ਜੀਵ ਆ ਉਹਦੇ ਤਾਂ ਉਹੀ ਨਹੀਂ ਨੇੜੇ ਆਉਂਦੇ, ਉਹ ਤਾਂ ਉਹਨੂੰ ਦੂਰੋਂ ਦੇਖ ਕੇ ਭੱਜ ਜਾਂਦੇ, ਪਾਸੇ ਰਾਹ ਛੱਡ ਜਾਂਦੇ। ਸਗਾ ਦੇ ਜਿਹੜੇ ਗੁਰਮੁਖ ਸਿਮਰਨ ਕਰਦੇ, ਜਿੱਥੇ ਸੰਗਤ ਹੁੰਦੀ ਉੱਥੇ ਉਹ ਆ ਜਾਂਦੇ, ਗੁਰਮੁਖਾਂ ਕੋਲ ਆ ਜਾਂਦੇ, ਕਿਉਂਕਿ ਗੁਰਮੁਖ ਪ੍ਰੇਮ ਕਰਦੇ। ਉਹਨਾਂ ਦੇ ਕੋਲ ਵੀ ਆ ਕੇ ਉਹ ਦੂਰ ਬੈਠ ਜਾਂਦੇ ਆ। ਜਿਵੇਂ ਹੁਣ ਜਦੋਂ ਆਪਣਾ ਮਨ ਪਾਰਦਰਸ਼ੀ ਹੋ ਜਾਂਦਾ, ਆਪਾਂ ਸਿਮਰਨ ਕਰਦੇ ਹਾਂ, ਫਿਰ ਉਹ ਆਪਾਂ ਨੂੰ ਦਿਸਣ ਲੱਗ ਜਾਂਦੇ, ਤੇ ਉਹ ਦੂਰ ਆ ਕੇ ਬੈਠ ਜਾਂਦੇ। ਜਿਵੇਂ ਆਪਾਂ ਸਿਮਰਨ ਕਰਦੇ ਹਾਂ, ਉਹ ਦੂਰ ਦੂਰ ਆ ਕੇ ਬੈਠ ਜਾਣਗੇ, ਕਿਉਂਕਿ ਉਹ ਵੀ ਦੁਖੀ ਹੁੰਦੇ ਨੇ। ਜਦੋਂ ਆਪਾਂ ਸਿਮਰਨ ਕਰਦੇ, ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ, ਉਹਨਾਂ ਨੂੰ ਸੁੱਖ ਮਿਲਦਾ। ਫਿਰ ਉਹ ਆਪਦੇ ਜਿਹੜੇ ਉਹਨਾਂ ਦੇ ਸੰਗੀ ਸਾਥੀ, ਉਹਨਾਂ ਨੂੰ ਵੀ ਦੱਸਦੇ ਵੀ ਉਹ ਫਲਾਣੀ ਥਾਂ 'ਤੇ ਸਿਮਰਨ ਹੁੰਦਾ, ਆਓ ਚੱਲੀਏ। ਜਿਵੇਂ ਆਪਾਂ ਸੰਗਤ 'ਚ ਇਕੱਠੇ ਹੁੰਦੇ ਹਾਂ ਨਾ, ਇਸ ਤਰ੍ਹਾਂ ਫਿਰ ਉਹ ਵੀ ਦੂਰ ਦੂਰ ਆ ਕੇ ਬੈਠ ਜਾਂਦੇ। ਪਰ ਉਹ ਕਹਿੰਦੇ ਕਿਸੇ ਨੂੰ ਕੁਛ ਨਹੀਂ ਹੈ। ਜੇ ਆਪਾਂ ਆਖੀਏ ਵੀ ਉਹ ਸਾਡੇ ਵਿੱਚ ਵੜ ਜਾਣਗੇ ਜਾਂ ਉਹ ਸਾਨੂੰ ਕੋਈ ਨੁਕਸਾਨ ਕਰਨਗੇ, ਉਹ ਆਪਣੇ ਵਿੱਚ ਵੜ ਹੀ ਨਹੀਂ ਸਕਦੇ, ਉਹ ਆਪਣੇ ਵਿੱਚ ਦੀ ਲੰਘ ਜਾਣਗੇ। ਜਿਵੇਂ ਆ ਕੰਧ ਦੇ ਵਿੱਚ ਦੀ ਆਰ ਪਾਰ ਹੋ ਜਾਣਗੇ, ਆਪਣੇ ਵਿੱਚ ਦੀ ਆਪਾਂ ਤੁਰੇ ਜਾ ਰਹੇ ਹਾਂ, ਵਿੱਚ ਦੀ ਲੰਘ ਜਾਣਗੇ, ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਵੀ ਸਾਡੇ ਵਿੱਚ ਦੀ ਲੰਘ ਗਈ। ਉਹ ਸੂਖਮ ਹੁੰਦੇ ਨੇ, ਪੌਣਹਾਰੀ ਹੁੰਦੇ, ਉਹ ਕਹਿੰਦੇ ਕਿਸੇ ਨੂੰ ਕੁਛ ਨਹੀਂ ਹੈ। ਸਗਾ ਤੇ ਗੁਰਮੁਖਾਂ ਦੇ ਨਾਲ ਪ੍ਰੇਮ ਕਰਦੇ।
ਦੂਰ ਦੂਰ ਆ ਕੇ ਬੈਠ ਜਾਂਦੇ ਤੇ ਜਿਹੜਾ ਮਨਮੁਖ ਹੈ ਉਹਦੇ ਤੋਂ ਹੀ ਨੇੜੇ ਨਹੀਂ ਆਉਂਦੇ। ਉਹਨਾਂ ਨੂੰ ਪਤਾ ਵੀ ਇਹ ਸਾਖਤ ਹੋਇਆ ਹੋਇਆ, ਇਹ ਪ੍ਰੀਤ ਬਣਿਆ ਹੋਇਆ, ਇਹ ਸਾਡਾ ਵੀ ਨੁਕਸਾਨ ਨਾ ਕਰ ਦੇਵੇ ਕੋਈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਜਿਹੜਾ ਮਨ ਪ੍ਰੀਤ ਬਣਿਆ ਫਿਰ ਉਹ ਨਿੰਦਿਆ ਕਰਦਾ, ਉਹ ਵੈਰ ਵਿਰੋਧ ਕਰਦਾ, ਉਹ ਸੰਤਾਂ ਦੀ ਵੀ ਨਿੰਦਿਆ ਕਰਦਾ। ਤਾਂ ਫਿਰ ਮਹਾਰਾਜ ਕਹਿੰਦੇ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਵੀ ਇੱਕ ਖਿਨ ਵੀ ਉਹਦਾ ਮਨ ਹੈ ਜਿਹੜਾ ਟਿਕਦਾ ਨਹੀਂ, ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ, ਹਰ ਸਮੇਂ ਉਹ ਵਿਚਾਰਾਂ ਦੇ ਵਿੱਚ ਦੁਰਮਤ ਦੀ ਅਗਨ 'ਚ ਜਲਦਾ ਹੀ ਰਹਿੰਦਾ ਹੈ। ਫਿਰ ਮਹਾਰਾਜ ਕਹਿੰਦੇ ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸਤਿਗੁਰੂ ਕਹਿੰਦੇ ਵੀ ਜਿਹੜਾ ਸੰਤਾਂ ਦਾ ਨਿੰਦਕ ਉਹ ਮਹਾ ਹਥਿਆਰਾ ਹੈ। ਹੱਤਿਆ ਜਿਵੇਂ ਜੀਵ ਦੀ ਆਪਾਂ ਦੇਖਦੇ ਵੀ ਕੋਈ ਜੀਵ ਕਿਸੇ ਦੀ ਹੱਤਿਆ ਕਰਦਾ, ਆਪਾਂ ਕਹਿੰਦੇ ਹਾਂ ਵੀ ਬੜਾ ਮਾੜਾ ਕਰਦਾ ਕੰਮ। ਤੇ ਸਤਿਗੁਰੂ ਕਹਿੰਦੇ ਵੀ ਉਹ ਨਿੰਦਕ ਹੈ ਜਿਹੜਾ ਉਹ ਆਤਮਘਾਤੀ, ਵੀ ਉਹ ਆਪਦੀ ਹੱਤਿਆ ਆਪ ਹੀ ਕਰ ਰਿਹਾ। ਉਹਨੂੰ ਨਹੀਂ ਪਤਾ ਵੀ ਇਹ ਨਿੰਦਿਆ ਕਰਕੇ ਕਿਸੇ ਹੋਰ ਦਾ ਨੁਕਸਾਨ ਨਹੀਂ ਮੈਂ ਕਰਦਾ, ਮੈਂ ਆਪਦੇ ਆਪੇ ਦਾ ਹੀ ਕਰ ਰਹੀ ਹਾਂ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਕੋਈ ਜੀਵ ਆਤਮ ਹੱਤਿਆ ਕਰ ਲੈਂਦਾ ਤੇ ਸੰਸਾਰੀ ਜੀਵ ਉਹਦੀ ਨਿੰਦਿਆ ਕਰਦੇ ਵੀ ਆਹ ਇਹਨੇ ਬੜਾ ਮਾੜਾ ਕੰਮ ਕੀਤਾ। ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਕਹਿੰਦੇ ਵੀ ਜਿਹੜਾ ਜੀਵ ਨਿੰਦਕ ਹੈ ਉਹ ਆਤਮਘਾਤੀ ਹੈ, ਉਹ ਆਪਦੀ ਹੱਤਿਆ ਆਪ ਹੀ ਕਰ ਰਹੀ ਹੈ ਤੇ ਉਸ ਨੂੰ ਇਹਦੀ ਜਿਹੜੀ ਸਜ਼ਾ ਉਹ ਬੜੀ ਸਖਤ ਮਿਲਣੀ ਅੱਗੇ ਜਾ ਕੇ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਅੰਧੇ ਸੁਧ ਨਾ ਕਰੀ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਕਿ ਜਿਹੜਾ ਨਿੰਦਕ ਜੀਵ ਹੈ ਉਹ ਦੂਸਰਿਆਂ ਦਾ ਭਾਰ ਚੱਕ ਕੇ ਦਰਗਾਹ 'ਚ ਸੁੱਟਦਾ, ਜਿਹੜਾ ਅੰਤ ਸਮੇਂ ਉਹਨੂੰ ਚੁੱਕਣਾ ਪੈਂਦਾ। ਇਸੇ ਤਰ੍ਹਾਂ ਹੀ ਜੇ ਕੋਈ ਆਪਣੀ ਨਿੰਦਿਆ ਕਰਦਾ ਉਹ ਸਮਝ ਲਓ ਵੀ ਆਪਣਾ ਕੰਮ ਕਰਦਾ, ਉਹ ਆਪਣਾ ਭਾਰ ਚੱਕ ਕੇ ਉਹ ਹੌਲਾ ਕਰਦਾ, ਉਹ ਆਪਣੀ ਨਿੰਦਿਆ ਕਰਕੇ ਆਪਣੀ ਮੈਲ ਲਾਈ ਜਾਂਦਾ ਤੇ ਆਪਦੇ ਉੱਤੇ ਉਹ ਚੜਾਈ ਜਾਂਦਾ। ਇਸ ਲਈ ਜੇ ਕੋਈ ਆਪਣੀ ਨਿੰਦਿਆ ਕਰਦਾ, ਆਪਾਂ ਸਿਮਰਨ ਕਰਦੇ ਹਾਂ ਤੇ ਆਪਾਂ ਇੱਕ ਤਾਂ ਸਿਮਰਨ ਕਰਕੇ ਆਪਦੀ ਮੈਲ ਲਾਉਣੀ, ਤੇ ਜਿਹੜਾ ਮਨਮੁਖ ਉਹ ਆਪਣੀ ਉਦੋਂ ਹੀ ਨਿੰਦਿਆ ਕਰਕੇ ਮੈਲ ਲਾਈ ਜਾਂਦਾ। ਸਗੋਂ ਤੇ ਆਪਾਂ ਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਨਾ ਕਿ ਉਹਦਾ ਗੁੱਸਾ ਕਰਨਾ। ਜਿਵੇਂ ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ, ਭਗਤ ਕਬੀਰ ਜੀ ਹੋਏ। ਭਗਤ ਕਬੀਰ ਜੀ ਦਾ ਬੇਟਾ ਸੀ ਲੜਕਾ ਕਮਾਲ। ਬਨਾਰਸ ਦੇ ਵਿੱਚ ਰਹਿੰਦੇ ਸੀ ਤੇ ਇੱਕ ਕੋਈ ਵਿਦਵਾਨ ਸੀ ਪੰਡਤ, ਉਹ ਕਥਾ ਵਿਚਾਰ ਕਰਿਆ ਕਰੇ ਤੇ ਜਿਹੜਾ ਬਾਬਾ ਕਬੀਰ ਜੀ ਦਾ ਲੜਕਾ ਸੀ ਉਹ ਵੀ ਉੱਥੇ ਜਾਣ ਲੱਗ ਗਿਆ ਵੀ ਚਲੋ ਆਪਾਂ ਸੁਣ ਕੇ ਆਈਏ ਕਥਾ ਵਿਚਾਰ। ਹੁਣ ਉਹ ਜਿਹੜਾ ਪੰਡਤ ਵਿਦਵਾਨ ਸੀ ਉਹਨੂੰ ਸੱਚ ਦੇ ਨਾਮ ਦਾ ਤਾਂ ਭੇਤ ਨਹੀਂ ਸੀ, ਪਰ ਉਹ ਫਿਰ ਨਿੰਦਿਆ ਕਰਦਾ ਸੀ। ਉਹਨੇ ਨਿੰਦਿਆ ਕਰਨੀ, ਕਿਸੇ ਨੂੰ ਫੜ ਲੈਣਾ ਉਹਦੀ ਕਰ ਦੇਣੀ, ਫਿਰ ਉਹਨੂੰ ਛੱਡਣਾ ਦੂਜੇ ਨੂੰ ਫੜ ਲੈਣਾ, ਤੇ ਵਿੱਚ ਹੀ ਉਹਨੇ ਬਾਬਾ ਕਬੀਰ ਜੀ ਦੀ ਵੀ ਨਿੰਦਿਆ ਕਰ ਦੇਣੀ ਵੀ ਇਹ ਵੀ ਕਹਿੰਦੇ ਅਸੀਂ ਰੱਬ ਨੂੰ ਮਿਲੇ ਹੋਏ ਹਾਂ। ਉਹਨੇ ਉਹਨਾਂ ਦੀ ਵੀ ਵਿੱਚ ਨਿੰਦਿਆ ਕਰਨੀ। ਤੇ ਉਹ ਕਮਾਲ ਜੀ ਨੇ ਆ ਕੇ ਜਦੋਂ ਬਾਬਾ ਕਬੀਰ ਜੀ ਨੂੰ ਦੱਸਿਆ ਵੀ ਪਿਤਾ ਜੀ ਉਹ ਤੁਹਾਡੀ ਵੀ ਨਿੰਦਿਆ ਕਰਦਾ, ਤੁਹਾਡੇ ਬਾਰੇ ਵੀ ਉਹ ਬੁਰਾ ਕਹਿੰਦੇ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਤੁਸੀਂ ਇੱਦਾਂ ਕਰਿਆ ਕਰੋ ਵੀ ਜਦੋਂ ਤੁਸੀਂ ਜਾਣਾ ਉਹਨਾਂ ਵਾਸਤੇ ਵਧੀਆ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਕੇ ਜਾਣਾ, ਵਧੀਆ ਭੋਜਨ ਬਣਾਉਣਾ, ਪਰੌਠੇ ਬਣਾ ਕੇ ਵਧੀਆ, ਤੇ ਉਹਨਾਂ ਦੀ ਸੇਵਾ ਕਰਨੀ, ਉਹਨਾਂ ਨੂੰ ਲੈ ਕੇ ਜਾਣਾ। ਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ, ਵਧੀਆ ਲੰਗਰ ਪਾਣੀ ਤਿਆਰ ਕਰਨਾ ਤੇ ਉਹਨਾਂ ਨੂੰ ਲੈ ਕੇ ਜਾਣਾ ਤੇ ਛਕਾਉਣਾ। ਤੇ ਕੁਝ ਦਿਨ ਜਦੋਂ ਇੱਦਾਂ ਚੱਲਦਾ ਰਿਹਾ ਤੇ ਉਹਨੇ ਕੀ ਕੀਤਾ, ਉਹਨੇ ਦੇਖਿਆ ਵੀ ਇਹ ਤਾਂ ਬਈ ਮੇਰੀ ਸੇਵਾ ਕਰਨ ਲੱਗ ਗਏ, ਤੇ ਉਹਨੇ ਜਿਹੜੀ ਉਹ ਨਿੰਦਿਆ ਕਰਦਾ ਸੀ ਬਾਬਾ ਕਬੀਰ ਦੀ ਉਹ ਬੰਦ ਕਰਤੀ। ਤੇ ਉਹ ਕਮਾਲ ਨੇ ਆ ਕੇ ਦੱਸਿਆ ਵੀ ਪਤਾ ਜੀ ਹੁਣ ਨਹੀਂ ਕਰਦੀ, ਹੁਣ ਨਿੰਦਿਆ ਤੁਹਾਡੀ ਛੱਡ ਦਿੱਤੀ, ਉਹਨਾਂ ਨੇ ਕਰਨੀ। ਉਹ ਕਹਿੰਦੇ ਵੀ ਹੁਣ ਪ੍ਰਸ਼ਾਦਾ ਪਾਣੀ ਵੀ ਬੰਦ ਕਰ ਦੇ, ਹੁਣ ਨਹੀਂ ਲੈ ਕੇ ਜਾਣਾ। ਉਹ ਕਹਿੰਦੇ ਵੀ ਇਹ ਕੀ ਕਰਨਾ, ਇਹ ਕਿਉਂ?
ਉਹ ਕਹਿੰਦੇ ਵੀ ਪਹਿਲਾਂ ਉਹ ਆਪਣਾ ਕੰਮ ਕਰਦਾ ਸੀ, ਪਹਿਲਾਂ ਨਿੰਦਿਆ ਕਰਕੇ ਆਪਣੀ ਮੈਲ ਲਾਉਂਦਾ ਸੀ, ਇਸ ਕਰਕੇ ਆਪਾਂ ਉਹਦੀ ਸੇਵਾ ਕਰਦੇ ਸੀ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸੀ ਵੀ ਤੂੰ ਸਾਡਾ ਕੰਮ ਕਰਦਾ। ਹੁਣ ਉਹਨੇ ਆਪਣਾ ਕੰਮ ਕਰਨਾ ਬੰਦ ਕਰਤਾ, ਉਹਨੇ ਨਿੰਦਿਆ ਕਰਨੀ ਆਪਣੀ ਬੰਦ ਕਰਤੀ, ਤੇ ਇਸ ਕਰਕੇ ਆਪਾਂ ਵੀ ਉਹਦਾ ਬੰਦ ਕਰ ਦਈਏ। ਜਾਣੀ ਵੀ ਇਹ ਹੈ ਗਿਆਨ, ਇਹ ਹੈ ਗੁਰੂ ਦੀ ਮੱਤ ਵੀ ਜੇ ਕੋਈ ਆਪਣੀ ਨਿੰਦਿਆ ਕਰਦਾ ਸਗੋਂ ਤੇ ਆਪਾਂ ਨੂੰ ਉਹਦਾ ਨਾ ਕਿ ਬੁਰਾਈ ਕਰਨੀ ਚਾਹੀਦੀ, ਆਪਾਂ ਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਤੂੰ ਸਾਡਾ ਚੰਗਾ ਕੰਮ ਕਰਦਾ, ਤੂੰ ਸਾਡੀ ਮੈਲ ਲਾਉਣਾ, ਤੂੰ ਸਾਡੀ ਗੰਦਗੀ ਸਾਫ਼ ਕਰਦਾ। ਸੋ ਇਸੇ ਤਰ੍ਹਾਂ ਹੀ ਫਿਰ ਮਾਰੇ ਕਹਿੰਦੇ ਵੀ ਸੰਤਾਂ ਦਾ ਜਿਹੜਾ ਨਿੰਦਕ ਉਹ ਹੈ ਤਾਂ ਆਤਮਘਾਤੀ ਮਹਾ ਹਥਿਆਰ ਹੈ, ਪਰ ਸੰਤ ਨੇ ਜਿਹੜੇ ਉਹਨਾਂ ਦਾ ਗੁੱਸਾ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਜਗ੍ਹਾ ਤੇ ਸਾਡੀ ਮੈਲ ਲਾ ਕੇ ਸਾਡਾ ਕੰਮ ਕਰਦੇ ਨਹੀਂ। ਇਹ ਮਾਰੇ ਕਹਿੰਦੇ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਪਰ ਪਰਮੇਸ਼ਰ ਹੈ ਜੋ ਮਾਲਕ, ਉਹਨੂੰ ਫਿਰ ਇਹ ਨਿੰਦਿਆ ਚੰਗੀ ਨਹੀਂ ਲੱਗਦੀ। ਜਦੋਂ ਅਸੀਂ ਉਹਦੇ ਪਿਆਰਿਆਂ ਦੀ ਨਿੰਦਿਆ ਕਰਾਂਗੇ ਤੇ ਫਿਰ ਪਰਮੇਸ਼ਰ ਨੂੰ ਪਤਾ ਵੀ ਇਹ ਨਿੰਦਕ, ਫਿਰ ਉਹਨੂੰ ਮਾਰ ਪੈਂਦੀ ਮਾਲਕ ਦੀ, ਫਿਰ ਉਹਨੂੰ ਉਹਦਾ ਫਲ ਕੀ ਮਿਲਦਾ, ਵਾਪਸ ਫਿਰ ਜੂਨਾਂ ਦੇ ਵਿੱਚ, ਫਿਰ ਆਕਾਰਾਂ ਦੇ ਵਿੱਚ ਭੇਜ ਦਿੰਦੇ, ਫਿਰ ਵਾਰ-ਵਾਰ ਜੰਮਦਾ ਮਰਦਾ। ਫਿਰ ਮਾਰੇ ਕਹਿੰਦੇ ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਔਰ ਦੀਨ। ਸੰਤਾਂ ਦਾ ਜਿਹੜਾ ਨਿੰਦਕ ਉਹ ਰਾਜ ਤੋਂ ਹੀਨਾ ਰਹਿ ਜਾਂਦਾ। ਰਾਜ ਕੀ ਵੀ ਸਾਡੇ ਮਨ ਨੂੰ ਤਾਂ ਮਿਲਣਾ ਸੀ ਅਵਿਨਾਸੀ ਰਾਜ, ਕਿਉਂਕਿ ਅਸੀਂ ਰਾਜੇ। ਇਹ ਜਿਹੜਾ ਸਰੀਰ ਕਾਇਆ ਇਹ ਨਗਰੀ ਤੇ ਮਨ ਨੂੰ ਰਾਜਾ ਬਣਾਏ, ਕਾਇਆ ਨਗਰੀ ਇਹ ਮਨ ਰਾਜਾ, ਤੇ ਮਨ ਨੇ ਰਾਜ ਕਰਨਾ ਸੀ, ਖਾਲਸਾ ਰਾਜ ਆਉਣਾ ਸੀ ਇਸ ਨਗਰੀ ਦੇ ਉੱਤੇ, ਇਸ ਦੇਸ਼ ਤੇ ਖਾਲਸੇ ਨੇ ਰਾਜ ਕਰਨਾ ਸੀ। ਪਰ ਜਿਹੜਾ ਨਿੰਦਕ ਉਹ ਫਿਰ ਰਾਜ ਤੋਂ ਹੀਣਾ ਰਹਿ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਬਈ ਮੈਂ ਰਾਜਾ, ਉਹ ਭਿਖਾਰੀ ਮੰਗਤਾ ਹੀ ਬਣਿਆ ਰਹਿੰਦਾ, ਉਹ ਗੁਲਾਮ ਹੀ ਬਣਿਆ ਰਹਿੰਦਾ ਇੱਧਰ ਮਾਇਆ ਦਾ। ਇਸ ਵਾਸਤੇ ਫਿਰ ਮਾਰੇ ਕਹਿੰਦੇ ਵੀ ਸੰਤਾਂ ਦਾ ਨਿੰਦਕ ਰਾਜ ਤੋਂ ਵੀ ਹੀਣਾ ਰਹਿ ਜਾਂਦਾ, ਮੰਗਤਾ ਭਿਖਾਰੀ ਵੀ ਬਣਿਆ ਰਹਿੰਦਾ ਇੱਧਰ ਮਨ, ਤੇ ਸਦਾ ਹੀ ਫਿਰ ਇਸ ਦੁਨੀਆ ਦੇ ਵਿੱਚ ਦੁਖੀ ਰਹਿੰਦਾ, ਕਿਉਂਕਿ ਉਹ ਕੰਗਾਲ ਹੈ। ਜਦੋਂ ਰਾਜਾ ਨਹੀਂ ਤੇ ਕੰਗਾਲ ਹੋਏ। ਜਿਵੇਂ ਇੱਕ ਤਾਂ ਹੈ ਸੰਸਾਰ ਦਾ ਰਾਜ, ਸੰਸਾਰ ਦੇ ਰਾਜ ਦੀ ਗੱਲ ਨਹੀਂ ਕਰਦੇ, ਸੰਸਾਰ ਦਾ ਤਾਂ ਜੇ ਰਾਜ ਵੀ ਹੈ ਜੀਵ ਕੋਲ, ਜੇ ਉਹਦਾ ਮਨ ਸੁੱਤਾ ਪਿਆ ਉਹ ਤਾਂ ਵੀ ਭਿਖਾਰੀ ਹੈ, ਤਾਂ ਵੀ ਮੰਗਤਾ ਹੈ। ਤੇ ਜਿਵੇਂ ਭਗਤ ਜਨ ਹੋਏ ਉਹਨਾਂ ਕੋਲ ਕੋਈ ਸੰਸਾਰ ਦਾ ਦੁਨਿਆਵੀ ਧਨ ਬਹੁਤਾ ਨਹੀਂ ਸੀ। ਭਗਤ ਜਿਵੇਂ ਕੋਈ ਜੁੱਤੀਆਂ ਗੰਢ ਰਿਹਾ, ਕੋਈ ਤਾਣਾ ਬੁਣ ਰਿਹਾ, ਕੋਈ ਕੱਪੜੇ ਰੰਗ ਰਿਹਾ, ਕੋਈ ਜ਼ਿਆਦਾ ਉਹਨਾਂ ਕੋਲ ਸੰਸਾਰ ਦਾ ਧਨ ਦੌਲਤ ਨਹੀਂ ਹੈ, ਪਰ ਉਹ ਅਸਲ ਰਾਜੇ ਨੇ, ਉਹਨਾਂ ਨੂੰ ਅਵਿਨਾਸੀ ਰਾਜ ਪ੍ਰਾਪਤ। ਇਸ ਵਾਸਤੇ ਫਿਰ ਸੰਸਾਰ ਦੇ ਵਿੱਚ ਜੀਵ ਚਾਹੇ ਉਹਨਾਂ ਭਗਤਾਂ ਨੂੰ ਸੰਤਾਂ ਨੂੰ ਕਹਿਣ ਵੀ ਇਹ ਨੀਚ ਨੇ, ਇਹਨਾਂ ਦਾ ਕੰਮ ਨੀਵਾਂ, ਇਹਨਾਂ ਦੀ ਜਾਤ ਨੀਵੀਂ, ਪਰ ਜਿਹੜੀ ਪਦਵੀ ਉਹਨਾਂ ਨੇ ਉਹ ਬੜੀ ਉੱਚੀ ਪ੍ਰਾਪਤ ਕੀਤੀ, ਸਦਾ ਵਾਸਤੇ ਅਮਰ ਹੋ ਗਈ, ਅਵਿਨਾਸੀ ਰਾਜ ਲੈ ਲਿਆ ਉਹਨਾਂ ਨੂੰ। ਮਹਾਰਾਜ ਕਹਿੰਦੇ ਨੀਚ ਜਾਤ ਹਰ ਜਪਤੇ ਉੱਤਮ ਪਦਵੀ ਪਾਈ, ਵੀ ਉਹਨਾਂ ਦੀ ਪਦਵੀ ਉੱਚੀ, ਸਦਾ ਵਾਸਤੇ ਅਵਿਨਾਸੀ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਅਸੀਂ ਅਵਿਨਾਸੀ ਰਾਜ ਲਿਆ। ਉਹ ਕਿੱਥੇ ਜਾ ਕੇ ਮਿਲਦਾ, ਜਦੋਂ ਅਸੀਂ ਆਪਦੇ ਘਰ ਚਲੇ ਜਾਂਦੇ, ਨਿਜ ਮਹਿਲ ਠਹਿਰ ਘਰ 'ਚ ਉੱਥੇ ਵਾਸਾ ਕਰ ਲੈਂਦੇ ਹਾਂ, ਸਾਡਾ ਮਨ ਰਾਜਾ ਇਹ ਰਾਜ ਸੰਭਾਲ ਲੈਂਦਾ, ਤੇ ਮਾਲਕ ਫਿਰ ਇਹਨੂੰ ਅਵਿਨਾਸੀ ਰਾਜ ਸੌਂਪ ਦਿੰਦਾ। ਇੱਕ ਤਾਂ ਹੈ ਜਿਵੇਂ ਸੰਸਾਰ ਦਾ ਰਾਜ, ਉਹ ਤਾਂ ਸੰਸਾਰ ਦੇ ਰਾਜ ਦੇ ਵਿੱਚ ਤਾਂ ਸੰਸਾਰ ਦਾ ਰਾਜ ਦੇ ਕੇ ਫਿਰ ਖੋਹ ਲਿਆ ਜਾਂਦਾ ਹੈ, ਪਰ ਜੋ ਮਾਲਕ ਪਰਮੇਸ਼ਰ ਉਹ ਸਾਨੂੰ ਜਦੋਂ ਰਾਜ ਸੌਂਪਦਾ ਉਹ ਸਾਨੂੰ ਫਿਰ ਦੇ ਕੇ ਹੋਰ ਖੁਸ਼ ਹੁੰਦਾ। ਉਹ ਸਾਜੋ ਰਾਜ ਲੈਂਦਾ ਨਹੀਂ, ਉਹ ਸਗੋਂ ਤੇ ਪਹਿਲਾਂ ਤਾਂ ਅਸੀਂ ਇਸ ਨਗਰੀ ਦੇ ਇਸ ਦੇਸ਼ ਦੇ ਉੱਤੇ ਰਾਜ ਕਰਦੇ ਹਾਂ, ਤੇ ਫਿਰ ਜਿੱਥੇ ਮਾਲਕ ਪਰਮਾਤਮਾ ਆਪ ਮੌਜੂਦ ਹੈ ਉਹਦਾ, ਉਹ ਰਾਜਿਆਂ ਦਾ ਮਹਾਰਾਜਾ ਹੈ ਆਪ, ਤੇ ਫਿਰ ਉਹ ਜਿੱਥੇ ਪਿਤਾ ਦਾ ਰਾਜ ਹੈ ਉੱਥੇ ਪੁੱਤਰ ਦਾ ਵੀ ਹੋ ਜਾਂਦਾ, ਬੱਚੇ ਦਾ ਵੀ ਉੱਥੇ ਹੀ ਹੋ ਜਾਂਦਾ ਹੈ।
ਇਸ ਲਈ ਮਹਾਰਾਜ ਕਹਿੰਦੇ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸੀ। ਇਹ ਉਹਨਾਂ ਨੇ ਅਵਨਾਸੀ ਰਾਜ ਸੀ ਜਿਹੜਾ ਉਹਦੀ ਬਰਾਬਰੀ ਕੀਤੀ, ਤੇ ਪਰ ਜਿਹੜਾ ਸੰਤਾਂ ਦਾ ਨਿੰਦਕ ਭਗਤਾਂ ਦਾ ਉਹ ਹਰੇ ਰਾਜ ਤੋਂ ਹੀ ਨਹੀਂ ਰਹਿ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਰਾਜ ਦਾ, ਉਹ ਤਾਂ ਕੰਗਾਲ ਮੰਗਤਾ ਹੀ ਬਣਿਆ ਰਹਿੰਦਾ, ਭਿਖਾਰੀ ਬਣਿਆ ਰਹਿੰਦਾ। ਫੇਰ ਮਾਰੇ ਕਹਿੰਦੇ ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ। ਸੰਤਾਂ ਦਾ ਜਿਹੜਾ ਨਿੰਦਕ ਮਾਰੇ ਕਹਿੰਦੇ ਉਹਨੂੰ ਸਾਰੇ ਰੋਗ ਆ ਚੁੰਬੜਦੇ। ਰੋਗੀ ਨੇ ਮਨ ਰੋਗੀ ਹੋ ਜਾਂਦਾ, ਉਸ ਨੂੰ ਰੋਗ ਲੱਗ ਜਾਂਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ ਨਫ਼ਰਤ ਸਹਿਸੇ ਫਿਕਰ ਚਿੰਤਾਵਾਂ, ਇਹ ਸਾਰੇ ਉਹਨੂੰ ਰੋਗ ਆ ਚੁੰਬੜਦੇ। ਫਿਰ ਇਹਨਾਂ ਰੋਗਾਂ ਦੇ ਵਿੱਚ ਗਰਸਿਆ ਹੋਇਆ ਉਹ ਦਿਨ ਰਾਤ ਬਿਲਕਦਾ, ਦਿਨ ਰਾਤ ਦੁਖੀ ਹੁੰਦਾ। ਜਿਵੇਂ ਕਿਸੇ ਨੂੰ ਤਨ ਨੂੰ ਰੋਗ ਲੱਗ ਜੇ, ਕਿਸੇ ਨੂੰ ਐਸਾ ਰੋਗ ਲੱਗ ਜੇ, ਕਿਸੇ ਨੂੰ ਕੈਂਸਰ ਹੋ ਜੇ, ਕਿਸੇ ਨੂੰ ਇੱਕ ਕੋੜ ਚੱਲ ਜੇ, ਕੋਈ ਕੋੜੀ ਹੋ ਜੇ, ਤੇ ਫਿਰ ਉਹ ਦਿਨ ਰਾਤ ਬਿਲਕਦਾ, ਉਹਨੂੰ ਟਿਕਾ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਫਿਰ ਜਿਹੜਾ ਮਨਮੁਖ ਸੰਤਾਂ ਦਾ ਦੁਖੀ ਮਾਰੇ ਕਹਿੰਦੇ ਉਹਨੂੰ ਸਾਰੇ ਰੋਗ ਆ ਚੁੰਬੜਦੇ ਉਹਦੇ ਮਨ। ਫਿਰ ਉਹਦਾ ਮਨ ਹੈ ਜਿਹੜਾ ਦਿਨ ਰਾਤ ਬਿਲਕਦਾ, ਦਿਨ ਰਾਤ ਦੁਖੀ ਹੁੰਦਾ, ਸ਼ਾਂਤ ਹੁੰਦਾ ਵਿਚਾਰਾਂ ਫੁਰਨਿਆਂ ਦੇ ਵਿੱਚ। ਫਿਰ ਉਹਨੂੰ ਛਿਨ ਭਰ ਵੀ ਸ਼ਾਂਤੀ ਨਹੀਂ ਆਉਂਦੀ, ਸੁੱਖ ਨਹੀਂ ਮਿਲਦਾ। ਤੇ ਸੰਤਾਂ ਦੇ ਨਿੰਦਕ ਨੂੰ ਸਦਾ ਹੀ ਵਿਯੋਗ, ਸਦਾ ਹੀ ਉਹ ਮਾਲਕ ਤੋਂ ਵਿਛੜੇ ਰਹਿੰਦੇ ਪਰਮਾਤਮਾ 'ਚ। ਪਰਮਾਤਮਾ ਦੇ ਨਾਲ ਉਹਨਾਂ ਦਾ ਕਦੇ ਮਿਲਾਪ ਹੁੰਦਾ ਹੀ ਨਹੀਂ, ਕਦੇ ਉਹਨਾਂ ਦੇ ਅੰਦਰ ਹੀ ਵਿਚਾਰ ਵੀ ਨਹੀਂ ਬਣਦੀ ਵੀ ਅਸੀਂ ਰੱਬ ਨੂੰ ਮਿਲ ਲਈਏ, ਜਾਂ ਪਰਮਾਤਮਾ ਜੀ ਤੋਂ ਅਸੀਂ ਵਿਛੜੇ ਹਾਂ, ਇਸ ਪਾਸੇ ਉਹਨਾਂ ਦਾ ਖਿਆਲ ਹੀ ਨਹੀਂ ਜਾਂਦਾ, ਵਿਚਾਰ ਹੀ ਨਹੀਂ ਜਾਂਦਾ ਇਸ ਪਾਸੇ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਫਿਰ ਸੰਤਾਂ ਦੀ ਜਿਹੜੀ ਨਿੰਦਿਆ ਦਾ ਸਾਨੂੰ ਫਲ ਮਿਲਦਾ, ਬਈ ਜੀਵ ਫਿਰ ਉਹ ਰੋਗੀ ਹੋ ਜਾਂਦਾ, ਮਨ ਉਹਦਾ ਰੋਗੀ ਹੋ ਜਾਂਦਾ। ਮਨ ਕਰਕੇ ਫਿਰ ਉਹ ਦਿਨ ਰਾਤ ਦੁਖੀ ਹੁੰਦਾ, ਸ਼ਾਂਤ ਹੁੰਦਾ। ਤਨ ਬੇਸ਼ੱਕ ਰੋਗੀ ਨਹੀਂ ਹੈ, ਪਰ ਮਨ ਨੇ ਜਿਹੜੇ ਮਨ ਰੋਗੀ ਨੇ। ਤਾਈਓ ਮਾਰੇ ਕਹਿੰਦੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿ ਸਤਿਗੁਰੂ ਰੋਗ ਤੋਂ ਰਹਿਤ, ਬਾਕੀ ਜਿਹੜੇ ਮਨ ਸੀ ਉਹ ਰੋਗੀ ਹੋ ਗਏ। ਚਾਹੇ ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਵਿਰਧ ਬਜ਼ੁਰਗ ਹੈ, ਸਾਰੀ ਮਨ ਰੋਗੀ। ਹੁਣ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਸੰਤਾਂ ਦਾ ਨਿੰਦਕ ਜਿਹੜਾ ਉਹ ਰੋਗੀ, ਤੇ ਉਹਦਾ ਸਦਾ ਹੀ ਵਿਯੋਗ ਪਰਮਾਤਮਾ ਦੇ ਨਾਲੋਂ ਵਿਛੜੇ ਜਾਂਦਾ। ਫਿਰ ਮਹਾਰਾਜ ਕਹਿੰਦੇ ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸਕਾ ਭੀ ਹੋਈ ਮੋਖ। ਸਤਿਗੁਰੂ ਕਹਿੰਦੇ ਵੀ ਸੰਤਾਂ ਦੀ ਨਿੰਦਿਆ ਵੀ ਬਹੁਤ ਮਾੜਾ ਕਰਮ, ਵੀ ਦੁੱਖ ਵਾਲੀ ਗੱਲ, ਵੀ ਉਹਦੇ ਅਸੀਂ ਨਿੰਦਿਆ ਕਰਦੇ। ਸੰਤਾਂ ਦੀ ਜਿਹੜੇ ਸਹਿਜ ਵਿੱਚ ਨੇ, ਜਿਨ੍ਹਾਂ ਨੇ ਸਾਨੂੰ ਇਹ ਸਾਰਾ ਮਾਰਗ ਦੱਸਣਾ ਪ੍ਰੇਮ ਦਾ, ਸਾਨੂੰ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਦਾ ਰਸਤਾ ਦੱਸਣਾ, ਤੇ ਉਹਨਾਂ ਦਾ ਜੀਵ ਦੁਖੀ। ਤੇ ਇਸ ਕਰਕੇ ਕਹਿੰਦਾ ਵੀ ਵੱਡਾ ਦੁਖੀ ਹੈ। ਫਿਰ ਮਹਾਰਾਜ ਕਹਿੰਦੇ ਜੇ ਸੰਤ ਭਾਵੇ, ਜੇ ਸੰਤ ਖੁਸ਼ ਹੋ ਜਾਵੇ ਉਹਦੇ ਤੇ ਵੀ, ਨਿੰਦਕ ਤੇ ਵੀ, ਜੇ ਉਹਦੇ ਤੇ ਵੀ ਆਪਦੀ ਦ੍ਰਿਸ਼ਟੀ ਪਾ ਦੇਵੇ ਅੰਮ੍ਰਿਤਮਈ, ਤੇ ਉਹ ਵੀ ਮੁਕਤ ਹੋ ਸਕਦਾ, ਉਹਨੂੰ ਵੀ ਮੋਖ ਦਾ ਦਵਾਰ ਮਿਲ ਸਕਦਾ। ਮੋਖ ਦਾ ਦਵਾਰ ਕਹਿੰਦੇ 10ਵੇਂ ਦਵਾਰ ਨਿਜ ਮਹਿਲ ਨੂੰ, ਇਹਨੂੰ ਮੋਖ ਦਾ ਹੱਟ ਕਹਿੰਦੇ। ਮੋਖ ਦਵਾਰ ਵੀ ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਣੀ, ਜਿੱਥੋਂ ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਮਿਲਣਾ, ਜਿੱਥੋਂ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਣੀ, ਉਹ ਮੋਖ ਦਾ ਦਵਾਰ ਹੈ, ਉਹਨੂੰ ਮੋਖ ਦਾ ਹੱਟ ਕਹਿੰਦੀ। 10ਵਾਂ ਦਵਾਰ ਨਿਜ ਮਹਿਲ ਥਿਰ ਘਰ, ਸਹਿਜ ਗੁਫਾ ਮੰਦਰ ਕੋਠੜੀ ਗੜ੍ਹ ਗੁਰਦੁਆਰਾ,
ਇਹ ਸਾਰੇ ਨਾਂ ਨੇ ਗੁਰਬਾਣੀ 'ਚ ਵੱਖੋ ਵੱਖਰੇ ਦਿੱਤੇ। ਇਹਨੂੰ ਮੋਖ ਦਾ ਦਵਾਰ ਵੀ ਕਹਿੰਦੇ, ਮੋਖ ਦਾ ਹੱਟ ਵੀ ਕਹਿੰਦੇ। ਤੇ ਮਾਰੇ ਕਹਿੰਦੇ ਵੀ ਜੇ ਸੰਤ ਕਿਰਪਾ ਕਰ ਦੇਵੇ, ਜੇ ਉਹ ਪ੍ਰਸੰਨ ਹੋ ਜੇ, ਜੇ ਉਹ ਸਾਡੇ ਤੇ ਖੁਸ਼ ਹੋ ਜੇ, ਤਾਂ ਉਹ ਐਸੇ ਜਿਹੇ ਨਿੰਦਕ ਜੀਵ ਨੂੰ ਵੀ ਉਹ ਮੋਖ ਦੇ ਦਵਾਰ ਤੇ ਲੈ ਜਾਵੇ, ਉਹਨੂੰ ਵੀ ਉਹ ਲਿਜਾ ਕੇ ਘਰ ਦੇ ਵਿੱਚ ਬਿਠਾ ਦੇਵੇ। ਕਿਉਂਕਿ ਸੰਤਾਂ ਨੂੰ ਮਾਲਕ ਨੇ ਅਖਤਿਆਰ ਦਿੱਤਾ, ਸੰਤਾਂ ਨੂੰ ਚਾਬੀ ਦਿੱਤੀ ਹੈ ਅਨਹਦ ਬਾਣੀ ਦੀ। ਸੰਤਾਂ ਦਾ ਆਪਦੇ ਘਰ 'ਚ ਵੱਸ ਹੈ। ਜਿਵੇਂ ਹੁਣ ਜਿਹੜਾ ਆਪਣਾ ਘਰ ਹੈ, ਆਪਾਂ ਆਪਦੇ ਘਰ ਕਿਸੇ ਨੂੰ ਵੀ ਲਿਆ ਕੇ ਬਿਠਾ ਸਕਦੇ। ਇਸੇ ਤਰ੍ਹਾਂ ਹੀ ਸੰਤਾਂ ਦਾ ਵੱਸ ਮੋਖ ਦੇ ਹੱਟ ਦੇ ਉੱਤੇ ਹੁੰਦਾ, ਤੇ ਮਾਲਕ ਨੇ ਉਹਨਾਂ ਨੂੰ ਚਾਬੀ ਦਿੱਤੀ, ਉਸ ਹੱਟ ਦੀ ਕੁੰਜੀ ਦਿੱਤੀ। ਜਿਸ ਨੂੰ ਮਹਾਰਾਜ ਕਹਿੰਦੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਵੀ ਸੰਤਾਂ ਦੇ ਹੱਥ ਕੁੰਜੀ ਹੈ। ਕਿਹਨੇ ਦਿੱਤੀ? ਪਰਮੇਸ਼ਰ ਨੇ, ਮਾਲਕ ਨੇ। ਕਿਉਂਕਿ ਉਹ ਸੰਤ ਮਾਲਕ ਦੇ ਨੌਕਰ ਨੇ, ਤੇ ਮਾਲਕ ਨੇ ਉਹ ਫਿਰ ਘਰ ਦੇ ਵਿੱਚ ਉਹ ਮੋਖ ਦੇ ਹੱਟ ਤੇ ਉਹ ਖਜ਼ਾਨਾ ਰੱਖ ਕੇ ਉਹਨੂੰ ਜਿੰਦਰਾ ਮਾਰ ਦਿੱਤਾ। ਜਿਵੇਂ ਆਪਾਂ ਦੇਖਦੇ ਵੀ ਕੀਮਤੀ ਵਸਤੂ ਕੋਈ ਹੁੰਦੀ, ਆਪਾਂ ਉਸ ਨੂੰ ਜਿੰਦਰਾ ਲਾ ਕੇ ਰੱਖਦੇ। ਇਸੇ ਤਰ੍ਹਾਂ ਹੀ ਸਾਡੇ ਇਹ ਮਹਿਲ ਦੇ ਵਿੱਚ ਕੀਮਤੀ ਵਸਤੂ ਹੈ ਨਾਮ। ਤੇ ਨਾਮ ਰੱਖ ਕੇ ਮਾਲਕ ਨੇ ਉਹ ਜਿੰਦਰਾ ਲਾ ਦਿੱਤਾ, ਪ੍ਰਾਣਾਂ ਦਾ ਜਿੰਦਰਾ ਲਾ ਦਿੱਤਾ, ਪ੍ਰਾਣਾਂ ਦੇ ਵਿੱਚ ਚਾਬੀ ਰੱਖ ਦਿੱਤੀ, ਤੇ ਜਿਹੜੀ ਕੁੰਜੀ ਸੀ ਉਹ ਸੰਤਾਂ ਨੂੰ ਸੌਂਪ ਦਿੱਤੀ। ਹੁਣ ਜਿਵੇਂ ਕਿਸੇ ਕੋਈ ਹੱਟ ਹੁੰਦੀ ਦੁਕਾਨ, ਉਹ ਦੁਕਾਨ ਦੇ ਵਿੱਚ ਜਿਹੜਾ ਸੌਦਾ ਰੱਖਿਆ, ਤੇ ਜਿਹੜਾ ਹੁਣ ਉਹ ਦੁਕਾਨ ਬੇਸ਼ੱਕ ਉਹਦਾ ਮਾਲਕ ਕੋਈ ਹੋਰ ਹੈ, ਪਰ ਜਿਹੜਾ ਨੌਕਰ ਹੈ ਉਹ ਚਾਬੀ ਨੌਕਰ ਨੂੰ ਦੇ ਦਿੰਦਾ ਵੀ ਤੂੰ ਜਦੋਂ ਮਰਜ਼ੀ ਖੋਲ, ਜਦੋਂ ਮਰਜ਼ੀ ਬੰਦ ਕਰ, ਤੇਰੀ ਸਾਰੀ ਜ਼ਿੰਮੇਵਾਰੀ। ਹੁਣ ਇਸੇ ਤਰ੍ਹਾਂ ਹੀ ਉਹ ਮੋਖ ਦਾ ਹੱਟ, ਉਹਦਾ ਮੁਖੀ ਹੈ ਤਾਂ ਮਾਲਕ ਹੈ, ਪਰ ਸੰਤਾਂ ਨੂੰ ਚਾਬੀ ਦੇ ਦਿੱਤੀ ਵੀ ਉਹ ਸੰਤ ਨੌਕਰ ਨੇ, ਚਾਕਰ ਨੇ, ਵੀ ਤੁਸੀਂ ਜਦੋਂ ਮਰਜ਼ੀ ਖੋਲੋ, ਜਦੋਂ ਮਰਜ਼ੀ ਆਵੋ, ਜਦੋਂ ਮਰਜ਼ੀ ਚਾਹੋ। ਹੁਣ ਇਸੇ ਤਰ੍ਹਾਂ ਹੀ ਫਿਰ ਜੇ ਸੰਤ ਚਾਹਣ, ਤੇ ਜਿਹੜਾ ਨਿੰਦਕ ਜੀਵ ਵੀ ਹੈ, ਜਿਹੜਾ ਪ੍ਰੇਤ ਵੀ ਬਣ ਚੁੱਕੇ ਹੈ, ਜਿਹੜਾ ਮਹਾ ਹਥਿਆਰਾ ਵੀ ਹੋ ਚੁੱਕੇ ਹੈ, ਜੇ ਉਹ ਟੁੱਟ ਜਾਣ, ਜੇ ਉਹ ਖੁਸ਼ ਹੋ ਜਾਣ, ਉਹ ਚਾਬੀ ਲਾ ਦੇਣ, ਤੇ ਉਹਨਾਂ ਨੂੰ ਵੀ ਉਹ ਮੁੱਖ ਦੇ ਹੱਟ ਤੇ ਉੱਥੇ ਘਰ ਦੇ ਵਿੱਚ ਬਿਠਾ ਦੇਣ। ਫਿਰ ਮਹਾਰਾਜ ਦੱਸਦੇ ਅੱਗੇ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਦਾ ਜਿਹੜਾ ਦੁਖੀ ਮਹਾਰਾਜ ਕਹਿੰਦੇ ਸਦਾ ਹੀ ਉਹ ਅਪਵਿੱਤ, ਸਦਾ ਹੀ ਉਹ ਮੈਲਾ, ਉਹਦਾ ਮਨ ਹੈ ਜਿਹੜਾ ਉਹ ਮੈਲਾ ਹੈ। ਤੇ ਸੰਤ ਦਾ ਦੁਖੀ ਕਿਸੇ ਦਾ ਮਿੱਤਰ ਨਹੀਂ ਹੈ। ਜੇ ਅਸੀਂ ਆਖੀਏ ਵੀ ਕੋਈ ਜੀਵਨ ਨਿੰਦਿਆ ਕਰਦਾ ਵੀ ਉਹ ਸਾਡਾ ਮਿੱਤਰ ਹੈ, ਤੁਸੀਂ ਇਹ ਮਤ ਜਾਣੋ ਵੀ ਜੇ ਕੋਈ ਨਿੰਦਿਆ ਕਰਦਾ ਤੁਹਾਡੇ ਕੋਲੋਂ ਕਿਸੇ ਹੋਰ ਦੀ ਕਰਦਾ, ਤੇ ਜਦੋਂ ਤੁਸੀਂ ਪਾਸੇ ਹੋਵੋਗੇ ਉਹਨੇ ਤੁਹਾਡੀ ਸ਼ੁਰੂ ਕਰ ਦੇਣੀ। ਤੁਸੀਂ ਇਹ ਨਾ ਸਮਝੋ ਵੀ ਜਿਹੜਾ ਨਿੰਦਕ ਜੀਵ ਹੈ ਵੀ ਉਹ ਤੁਹਾਨੂੰ ਬਖਸ਼ੇਗਾ, ਉਹਨੇ ਤੁਹਾਨੂੰ ਵੀ ਨਹੀਂ ਬਖਸ਼ਣਾ, ਕਿਉਂਕਿ ਉਹਦਾ ਸੁਭਾਅ ਹੈ ਨਿੰਦਿਆ ਕਰਨੀ। ਜਿਹੜਾ ਜੀਵ ਕਿਸੇ ਦੀ ਵੀ ਨਿੰਦਿਆ ਕਰਦਾ, ਆਪਣੇ ਕੋਲ ਕਿਸੇ ਦੀ ਹੋਰ ਕਰੇਗਾ ਆਪਣੇ ਮੂੰਹ ਤੇ। ਜਦੋਂ ਤੁਸੀਂ ਪਾਸੇ ਹਟ ਕੇ ਕੋਈ ਹੋਰ ਆਏਗਾ, ਉਹਦੇ ਮੂੰਹ ਤੇ ਤੁਹਾਡੀ ਸ਼ੁਰੂ ਕਰ ਦੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸੰਤਾਂ ਦਾ ਨਿੰਦਕ, ਜਿਹਦਾ ਸੁਭਾਅ ਹੈ ਨਿੰਦਿਆ ਕਰਨ ਦਾ, ਉਹ ਕਿਸੇ ਦਾ ਮਿੱਤਰ ਨਹੀਂ, ਉਹ ਕਿਸੇ ਦਾ ਮਿੱਤਰ ਨਹੀਂ, ਉਹ ਕਿਸੇ ਨੂੰ ਵੀ ਨਹੀਂ ਬਖਸ਼ਦਾ। ਚਾਹੇ ਉਹਦਾ ਕੋਈ ਰਿਸ਼ਤੇਦਾਰ ਹੈ, ਚਾਹੇ ਉਹਦਾ ਕੋਈ ਭੈਣ ਭਰਾ ਹੈ, ਕੋਈ ਸੰਗੀ ਸਾਥੀ ਹੈ, ਕੋਈ ਪਰਿਵਾਰ ਦਾ ਮੈਂਬਰ ਹੈ, ਉਹਨੇ ਉਹਨੂੰ ਵੀ ਨਹੀਂ ਬਖਸ਼ਣਾ, ਕਿਉਂਕਿ ਉਹਦਾ ਸੁਭਾਅ ਹੀ ਨਿੰਦਿਆ ਵਾਲਾ ਬਣ ਗਿਆ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਸੰਤਾਂ ਦਾ ਦੁਖੀ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ, ਉਹ ਕਿਸੇ ਦਾ ਮਿੱਤਰ ਨਹੀਂ, ਉਹ ਕਿਸੇ ਦਾ ਮਿੱਤਰ ਨਹੀਂ, ਉਹਨੇ ਕਿਸੇ ਨੂੰ ਨਹੀਂ ਬਖਸ਼ਣਾ। ਤਾਈਓਂ ਫਿਰ ਮਹਾਰਾਜ ਕਹਿੰਦੇ ਵੀ ਜਿਹੜੀ ਨਿੰਦਿਆ ਇਹ ਕਿਸੇ ਦੀ ਭਲੀ ਨਹੀਂ ਹੈ, ਸਭ ਦੀ ਬੁਰੀ ਹੈ, ਸਭ ਦੀ ਮਾੜੀ ਹੈ। ਜਿਹੜਾ ਕਰਦਾ ਉਹ ਮਨਮੁਖ ਹੈ, ਉਹ ਅੰਧ ਗਿਆਨੀ ਹੈ, ਉਹ ਮੂਰਖ ਹੈ, ਉਹਨੇ ਆਪਦਾ ਤਾਂ ਮੂੰਹ ਕਾਲਾ ਕਰਾਉਣਾ ਹੀ ਕਰਾਉਣਾ।
ਜਦੋਂ ਅਸੀਂ ਉਹਦੇ ਕੋਲ ਬੈਠਦੇ ਹਾਂ, ਉਹਦਾ ਸੰਗ ਕਰਦੇ ਹਾਂ, ਉਹ ਨਾਲ ਸਾਨੂੰ ਵੀ ਹਿੱਸਾ ਦੇ ਦਿੰਦਾ, ਉਹ ਨਾਲ ਸਾਡੇ ਤੇ ਵੀ ਮਨ ਦੇ ਉੱਤੇ ਕਲਖ ਲਾ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ, ਉਹਨੂੰ ਫਿਰ ਸਮਝਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਬਨ। ਕਿ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ, ਉਹ ਕਿਸੇ ਦੇ ਮਿੱਤਰ ਨਹੀਂ, ਉਹ ਕਿਸੇ ਦੇ ਮਿੱਤ ਨਹੀਂ ਹੈ। ਉਹਨਾਂ ਨੇ ਸਾਰਿਆਂ ਦੀ ਹੀ ਨਿੰਦਿਆ ਕਰਨੀ, ਆਪਣੀ ਪਿੱਠ ਪਿੱਛੇ ਆਪਣੀ ਕਰਨਗੇ, ਤੇ ਜਦੋਂ ਆਪਾਂ ਸਾਹਮਣੇ ਹੋਵਾਂਗੇ ਉਦੋਂ ਕਿਸੇ ਹੋਰ ਦੀ ਕਰਨਗੇ। ਇਸ ਕਰਕੇ ਨਿੰਦਾ ਜਿਹੜਾ ਜੀਵ ਕਰਦਾ ਉਹਦਾ ਕੋਈ ਭਰੋਸਾ ਨਹੀਂ ਹੈ। ਫੇਰ ਮਾਰੇ ਕਹਿੰਦੇ ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤੇ ਆਗੇ। ਫੇਰ ਮਾਰੇ ਕਹਿੰਦੇ ਵੀ ਜਿਹੜਾ ਸੰਤਾਂ ਦਾ ਦੁਖੀ, ਜਿਹੜਾ ਨਿੰਦਕ, ਫਿਰ ਉਹਨੂੰ ਧਰਮ ਰਾਏ ਤੋਂ ਸਜ਼ਾ ਮਿਲਦੀ, ਉਹਨੂੰ ਦੰਡ ਮਿਲਦਾ, ਕਿਉਂਕਿ ਉਹਨੇ ਨਿੰਦਿਆ ਕਰਕੇ ਮੁੱਖ ਕਾਲਾ ਕੀਤਾ ਉਹਦਾ, ਤੇ ਉਹਨੂੰ ਉਹਦੀ ਸਜ਼ਾ ਵੀ ਮਿਲਣੀ, ਸਜ਼ਾ ਵੀ ਬੜੀ ਸਖਤ ਮਿਲਣੀ। ਉਹਦਾ ਮੂੰਹ ਕਾਲਾ ਕਰਕੇ ਉਹਨੂੰ ਨਰਕਾਂ 'ਚ ਸੁੱਟ ਦੇਣਾ ਸਜ਼ਾ ਦੇ ਕੇ। ਇਸ ਲਈ ਫਿਰ ਮਹਾਰਾਜ ਕਹਿੰਦੇ ਸੰਤਾਂ ਦੇ ਦੁਖੀ ਨੂੰ ਡਾਨ ਲੱਗਦਾ, ਤੇ ਉਹਨੂੰ ਫਿਰ ਸਭ ਤਿਆਗ ਜਾਂਦੇ। ਸੰਤ ਕੇ ਦੁਖੀ ਕੋ ਸਭ ਤਿਆਗੇ, ਸਾਰੇ ਉਹਦਾ ਸਾਥ ਛੱਡ ਜਾਂਦੇ। ਹੁਣ ਇਸੇ ਤੋਂ ਨਿੰਦਿਆ ਕਰਦਾ, ਜਦੋਂ ਉਹਦਾ ਸਮਾਂ ਖਤਮ ਹੋਇਆ ਸਵਾਸਾਂ ਦਾ ਧਨ, ਉਦੋਂ ਉਹਦਾ ਸਾਰਿਆਂ ਨੇ ਸਾਥ ਛੱਡ ਜਾਣਾ, ਪਾਸੇ ਹਟ ਜਾਣਾ। ਇਸੇ ਤੋਂ ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ। ਜਦੋਂ ਦਿੱਤਾ ਹੋਇਆ ਸਮਾਂ ਖਤਮ ਹੋਇਆ ਸਵਾਸਾਂ ਦਾ ਧਨ, ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਸਾਰੇ ਪਾਸੇ ਹਟ ਜਾਂਦੇ। ਫਿਰ ਉਦੋਂ ਪਤਾ ਲੱਗਦਾ ਵੀ ਹੁਣ ਦੱਸ, ਹੁਣ ਰਹਿ ਗਿਆ ਇਕੱਲਾ, ਤੇ ਉਸੇ ਕੋਈ ਸੰਗੀ ਸਾਥੀ ਨਹੀਂ। ਉਸੇ ਜਿਹਨੇ ਸੰਗੀ ਸਾਥੀ ਬਣਨਾ ਸੀ ਨਾਮ ਨੇ, ਤੇ ਪਰਮਾਤਮਾ ਸੱਚ ਵਾਹਿਗੁਰੂ ਨੇ, ਤੇ ਉਹ ਤੋਂ ਪਹਿਲਾਂ ਹੀ ਬੇਮੁਖ ਹੋਇਆ ਰਿਹਾ ਸਾਰੀ ਉਮਰ। ਉਹਦਾ ਭੇਦ ਹੀ ਨਹੀਂ ਲਿਆ, ਸਤਸੰਗਤ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਇਸ ਲਈ ਫਿਰ ਮਹਾਰਾਜ ਕਹਿੰਦੇ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗੇ, ਉਹ ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭਾਗੀ। ਬਈ ਜਾਜਕ ਦਾ ਜੀਵ ਕੋਲ ਧਨ ਹੈ, ਸਵਾਸਾਂ ਦਾ ਸਾਹ ਆਉਂਦੇ, ਉਹ ਚੱਲਦਾ ਫਿਰਦਾ ਕਹਿੰਦੇ ਸਾਡਾ। ਜਦੋਂ ਸਾਹ ਖਤਮ ਹੋ ਗਏ, ਨਿਰਧਨ ਹੋ ਗਿਆ, ਧਨ ਖਤਮ ਹੋ ਗਿਆ ਸਵਾਸਾਂ ਦਾ, ਤੇ ਜਿਹੜੇ ਨਾਲ ਲੱਗੇ ਹੋਏ ਸੀ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਪਰਿਵਾਰ, ਉਹ ਸਭ ਪਾਸੇ ਹਟ ਗਏ। ਜਦ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ, ਸਾਰੀ ਸੰਗ ਛੱਡ ਕੇ ਪਾਸੇ ਹੋ ਗਏ। ਉਹ ਮਰੇ ਤੋਂ ਡਰੀ ਜਾਂਦੇ ਸਰੀਰ ਤੋਂ ਹੀ। ਫਿਰ ਕਹਿੰਦੇ ਹੁਣ ਨਹੀਂ ਕਿਸੇ ਦਾ ਮਿੱਤ ਜਾ ਸਕਦਾ, ਇਹਦੇ 'ਚ ਸੀ ਜਿਉਂਦਾ ਸੀ, ਉਹਨਾਂ ਸਮਾਂ ਆਪਣਾ ਸੀ, ਹੁਣ ਛੇਤੀ ਕਰੋ ਇਹਨੂੰ ਲੈ ਜਾਓ, ਫਟਾਫਟ ਇਹਦਾ ਸੰਸਕਾਰ ਕਰੋ, ਰਾਤ ਨੂੰ ਘਰੇ ਨਹੀਂ ਰੱਖਣ। ਉਹ ਮਰੇ ਪਏ ਤੋਂ ਹੀ, ਉਹ ਸਰੀਰ ਤੋਂ ਹੀ ਡਰੀ ਜਾਂਦੇ। ਹਾਲਾਂਕਿ ਜਿਹੜਾ ਵਿੱਚ ਵੱਸਦਾ ਸੀ ਉਹ ਤਾਂ ਚਲਾ ਗਿਆ, ਤੇ ਉਹਦੇ ਨਾਲ ਅੱਗੇ ਕੀ ਹੋਇਆ ਉਹਦਾ ਪਤਾ ਨਹੀਂ, ਉਦੋਂ ਇਕੱਲਾ ਰਹਿ ਗਿਆ। ਉਹਨੂੰ ਫਿਰ ਸਜ਼ਾ ਮਿਲਦੀ ਮਨ ਨੂੰ। ਤਾਂ ਫਿਰ ਮਹਾਰਾਜ ਕਹਿੰਦੇ ਇੱਥੇ ਸੰਤਾਂ ਦਾ ਦੁਖੀ ਬਣਿਆ ਰਿਹਾ, ਤੇ ਫਿਰ ਉਹਨੂੰ ਸਾਰੀ ਤਿਆਗ ਕੇ, ਸਾਰੇ ਹੀ ਉਹਦਾ ਸਾਥ ਛੱਡ ਕੇ ਪਾਸੇ ਹੋ ਗਏ। ਫਿਰ ਮਹਾਰਾਜ ਕਹਿੰਦੇ ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤਾਂ ਦਾ ਦੁਖੀ ਮਹਾਰਾਜ ਕਹਿੰਦੇ ਮਹਾ ਹੰਕਾਰੀ ਹੈ, ਤੇ ਸੰਤਾਂ ਦਾ ਦੁਖੀ ਸਦਾ ਵਿਕਾਰੀ। ਹਰ ਸਮੇਂ ਉਹਦੇ ਅੰਦਰ ਵਿਕਾਰੀ ਚੱਲਦੀ, ਹਰ ਸਮੇਂ ਉਹਦੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ, ਹਰ ਸਮੇਂ ਉਹਨੇ ਫਿੱਕਾ ਬੋਲਣਾ, ਮਾੜਾ ਬੋਲਣਾ, ਧਰਮ ਦੇ ਵਚਨ ਬੋਲਣੇ, ਕੌੜਾ ਬੋਲਣਾ। ਇਸ ਲਈ ਮਹਾਰਾਜ ਕਹਿੰਦੇ ਬਕਾਰੀ ਹੈ। ਬਈ ਉਹਦੇ ਮੁੱਖ 'ਚੋਂ ਹੀ ਪਤਾ ਲੱਗ ਜਾਂਦਾ ਵੀ ਬਕਾਰੀ ਹੈ, ਕਿਉਂਕਿ ਉਹਨੇ ਬੋਲਣਾ ਹੀ ਫਿੱਕਾ ਬੋਲਣਾ, ਮਾੜਾ ਬੋਲਣਾ। ਇਸ ਲਈ ਮਹਾਰਾਜ ਕਹਿੰਦੇ ਵੀ ਇੱਥੇ ਤਾਂ ਫਿਰ ਸੰਸਾਰ ਦੇ ਵਿੱਚ ਤਾਂ ਹੰਕਾਰ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ, ਵੀ ਨਿੰਦਾ ਕਰਦਾ, ਪਰ ਸਦਾ ਹੀ ਫਿਰ ਉਹ ਵਿਕਾਰੀ ਬਣਿਆ ਰਹਿੰਦਾ, ਸਦਾ ਹੀ ਦੁਖੀ ਰਹਿੰਦਾ, ਸ਼ਾਂਤ ਰਹਿੰਦਾ।
एर मारे कहते संत का दुखी जन्मे मरे, सांझ की दुख न सुख से टरे। सांझा का दुखी करके जन्म मरण के चक्कर च पिया रहे, बार बार जूना चाहता, जमदा मरदा। मारे कहते जम जम मरे मरे फिर जमे। बहुते देश भयो चर लम्मे, फिर लम्मा पैंदा 84 लाख जून। वार वार 1 जून 2 च फिर जमदा मरदा, दुखी हुंदा ते वो सुखी नहीं हुंदा। संत कई दुख ना सुख ते डरे, भी सुखां तो फिर वांझा ही रह जांदा, क्योंकि मरनों तो शांति आउंदी नहीं। इत्थे भी दुखी रहा, सारी उम्र दुरमत की अगन च जलदा रहा ते अगे जूना 14 भी वध दुख। एर मारे कहते संत के दुखी को नाही ठाओ, नानक संत भावे तां लई मिलाई। बई सांझां दे दुखी नूं होर तां कोई थां है नहीं। जन्म मरण दे विच चक्कर च पिया रहेगा, दुखी होएगा, तो मन ठहरेगा नहीं विचारां तो। पर जे संत भावे तो वह मिला लवे, मालक दे नाल भी मिला सकता। संत जे भावे तो वह ऐसे निंदक जीव नूं भी परमात्मा नाल मिला सकदा, जे वह संत चाहे, जे वह तुठ जाए, जे वह खुश हो जाए। क्योंकि जिहड़ा आप मिले वो दूसरे नूं भी मिला सकता। महाराज कहते संत सहाई राम के कर किरपा दिया मलाई। भी संत जिहड़े वो मालक दे प्यारे मिले हुए परमात्मा नूं वो सानू भी मिला सकते। असीं परमात्मा तो विछड़े हाँ तो विछड़ियां नूं मिला सकते, वो निंदक नूं भी मिला सकते, ते जिहड़े जीव संगत करते उन्होंने तो मिलाउंदे ही मिलाउंदे नहीं। इस वास्ते फिर संतां दे संग दा सानू बहुत ज़्यादा लाभ हुंदा, सानू लाहा हुंदा। भाइयों महाराज कहते भी सेवा नूं ये दोवें ही भले ने, संत भी ते परमात्मा वाहिगुरु भी। वाहिगुरु ने सानू अमर पद भी दे देनी, ते संत ने सानू नाम जपण ते ला देना, उन्हें सानू सिमरन करन ते, उन्हें सानू इस मार्ग के उत्ते तोड़ देना। इसलिए महाराज कहते कबीर सेवा को दोए भले, एक संत एक राम। राम जो दाता मुक्त को, संत जपावे नाम। भाई सेवा वास्ते दोवें ही भले, दोवें ही चंगे, वाहिगुरु भी ते संत भी, क्योंकि संत भी तो उहदा ही रूप ने मालक दा। ते संत करदे कि सानू वो नाम जपाउंदे, सानू वो सिमरन ते ला देंदे, सानू वो सत संगत च ले आउंदे, सानू सत संगत करन ते ला देंदे। ये संतां दी ही किरपा हुंदी, जदों तुठदे फेर ही ये साडे ते बख्शिश हुंदी। नहीं तां किन्ने जीव ने संसार दे विच, सारे क्यों नहीं आ जांदे संगत दे विच। हुण आपां देखो रोज़ सिमरन करदे, संगत करदे, हुण अपना किड्डा वड्डा पिंड है, सारे क्यों नहीं आ जाते, किन्ने आपां गिनती दे आउंदे। सो ये है मालक दी किरपा, परमात्मा दी किरपा, मालक दी किरपा। इस वास्ते फिर एक किरपा दी निशानी है भी जदों सानू सत्संगत मिल जाती, उदों समझ लो भी असी बहुत वड्डे भागां वाले हैं। मारे कहते बड़ भागी सत संगत पावे, भागहीन भरम चोटां खावे। बई भागां तो हीना जी भरम दे विच चोटां खांदा, दुखी हुंदा, ते बड़े भागां नाल सानू ये फिर सत्संगत मिलदी, संतां दा संग मिलदा। इसलिए बड़े भागां दी निशानी। ते फिर जदों आपां सत्संग च आउंदे ते इत्थे आके फिर सानू भेत मिलदा भी असीं सिमरन करना किवें करना। वो फिर आपां नूं विधि जुगती तरीका दसदे भी सास गिरास सिमरन करो, ते नाल नाल फिर सानू ज्ञान गुरु दी मत दित्ती जांदी भी किहड़े कर्म करके असीं परमात्मा तो दूर हुंने, भी ऐसा हुण असीं किहड़ा कर्म करिए भी असीं परमात्मा दे नेड़े हो जाइए, भी साडा मालक नाल मिलाप हो जी। ये फिर आपां नूं संतां नहीं दसना, संतां नूं सुहागणा भी आखे। उन्हां सुहागणा तो आपां पुछदे भी तुसीं सानूं दसो
ਮਾਰੇ ਕਹਿੰਦੇ ਪੁੱਛੋ ਜਾਏ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਵੀ ਤੁਸੀਂ ਕਿਹੜੇ ਗੁਣ ਧਾਰਨ ਕੀਤੇ। ਇਹੋ ਦੱਸਦੀਆਂ ਸਹਿਜ ਸ਼ਿੰਗਾਰ ਬਣਾਈਆ ਮਿੱਠਾ ਬੋਲਣੀ, ਪੈਰ ਰਸਾਲੂ ਤਾਂ ਮਿਲੇ ਜੇ ਗੁਰ ਕਾ ਸ਼ਬਦ ਸੁਣੀ। ਫਿਰ ਉਹ ਸਾਨੂੰ ਸੰਤ ਦੱਸਦੇ ਵੀ ਅਸੀਂ ਮਿੱਠਾ ਬੋਲਣਾ ਸ਼ੁਰੂ ਕੀਤਾ, ਕਦੇ ਕਿਸੇ ਨੂੰ ਕੌੜਾ ਨਹੀਂ ਬੋਲਿਆ, ਕਦੇ ਕਿਸੇ ਦੇ ਔਗਣ ਨਹੀਂ ਚਿਤਾਰੇ, ਕਦੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਔਗਣ ਫਰੋਲੇ ਨਹੀਂ ਕਿਸੇ ਦੇ। ਇਹ ਗੁਣ ਧਾਰਨ ਕੀਤੇ, ਸਹਿਜ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਮਾਲਕ ਖੁਸ਼ ਹੋ ਗਏ, ਅਸੀਂ ਉਹਦੇ ਨਾਲ ਮਿਲਾਪ ਹੋ ਗਏ। ਸੋ ਬਾਬਾ ਨੂੰ ਕਹਿੰਦੇ ਵੀ ਤੁਸੀਂ ਵੀ ਇਹ ਗੁਣ ਧਾਰਨ ਕਰੋ। ਹੁਣ ਇਹ ਗੁਣ ਫਿਰ ਨਾਲ ਨਾਲ ਸਾਨੂੰ ਗਿਆਨ ਦਿੱਤਾ ਜਾਂਦਾ ਤੇ ਨਾਲ ਨਾਲ ਇਹਦੇ ਆਪਸ ਸਿਮਰਨ ਕਰਦੇ ਹਾਂ ਤਾਂ ਕਿ ਸਾਡੇ ਵਿੱਚ ਇਹ ਗੁਣ ਆ ਜਾਣ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਇਹ ਸਿਮਰਨ ਅਭਿਆਸ ਦੱਸਦੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅੱਗੇ ਆਪਾਂ ਨੂੰ ਫਰਮਾਉਂਦੇ, ਸੰਤ ਕਾ ਦੁਖੀ ਅਧ ਬੀਜ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਇਹ ਸੰਤਾਂ ਦਾ ਜਿਹੜਾ ਦੁਖੀ ਉਹ ਰੱਦ ਵਿੱਚ ਹੀ ਉਹਦਾ ਜਿਹੜਾ ਕਾਰਜ ਹੈ ਉਹ ਸਫਰਦਾ ਨਹੀਂ, ਕਿਉਂਕਿ ਮਨ ਸਜਾਵੇਂ ਵਿੱਚ ਜਿਸ ਮਕਸਦ ਵਾਸਤੇ ਅਸੀਂ ਆਏ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਮਨਮੁਖ ਦਾ ਮਿਲਾਪ ਹੁੰਦਾ ਹੀ ਨਹੀਂ, ਉਹ ਇਸ ਮਾਰਗ ਤੇ ਚੱਲਦਾ ਹੀ ਨਹੀਂ। ਇਸ ਲਈ ਉਹਦਾ ਜਿਹੜਾ ਕਾਰਜ ਇਹ ਫਿਰ ਸਿਰੇ ਨਹੀਂ ਚੜ੍ਹਦਾ, ਕਿਉਂਕਿ ਸੰਤਾਂ ਨੇ ਨਾਲ ਸਹਾਈ ਹੋਣਾ, ਸੰਤਾਂ ਨੇ ਵਿੱਚ ਵਿਚੋਲੇ ਬਣਨਾ, ਫੇਰ ਹੀ ਸਾਡਾ ਮਿਲਾਪ ਹੋ ਸਕਦਾ, ਫੇਰ ਹੀ ਅਸੀਂ ਇਸ ਮਾਰਗ ਤੇ ਚੱਲ ਸਕਦੇ। ਤੇ ਮਨਮੁਖ ਜੀਵ ਸੰਤ ਦੀ ਨਿੰਦਿਆ ਕਰਦਾ, ਉਹਨਾਂ ਦਾ ਦੁਖੀ ਇਸ ਕਰਕੇ ਫਿਰ ਉਹਦਾ ਜਿਹੜਾ ਇਹ ਕਾਰਜ ਨੇਪੜੀ ਚੜ੍ਹਦਾ ਨਹੀਂ ਹੈ। ਇਹ ਮਹਾਰਾਜ ਜੀ ਕਹਿੰਦੇ ਸੰਤ ਕੇ ਦੁਖੀ ਕੋ ਧਿਆਨ ਪਰਮਾਈਏ, ਸੰਤ ਦਾ ਦੁਖੀ ਉਜੜ ਪਾਈਏ। ਇਹ ਸੰਤਾਂ ਦਾ ਜਿਹੜਾ ਦੁਖੀ ਫਿਰ ਉਹਦਾ ਉਜਾੜਾ ਹੋ ਜਾਂਦਾ, ਜਿਵੇਂ ਆਪਾਂ ਸੰਸਾਰ 'ਚ ਕਹਿ ਦਿੰਦੇ ਵੀ ਇਹਨਾਂ ਦਾ ਘਰ ਉਜੜ ਗਿਆ, ਇਸੇ ਤਰ੍ਹਾਂ ਹੀ ਫਿਰ ਮਨਮੁਖ ਦਾ ਜਿਹੜਾ ਉਜਾੜਾ ਹੋ ਜਾਂਦਾ। ਫਿਰ ਉਹਨੂੰ ਜਿਵੇਂ ਜੀਵ ਜੰਗਲਾਂ ਦੇ ਵਿੱਚ ਭਟਕਦਾ, ਇਸੇ ਤਰ੍ਹਾਂ ਫਿਰ ਉਹ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਭਟਕਦਾ। ਕਿਤੇ ਕਿਸੇ ਜੂਨ ਵਿੱਚ 84 ਲੱਖ 'ਚ, ਕਦੇ ਕਿਸੇ ਵਿੱਚ, ਫਿਰ ਉਹ ਇਸ ਤਰ੍ਹਾਂ ਉਹ ਭਟਕਦਾ ਹੀ ਰਹਿੰਦਾ। ਫਿਰ ਉਹਦਾ
ਉਜਾੜਾ ਹੋ ਜਾਂਦਾ, ਉਹਦਾ ਮਤਲਬ ਬਾਰ-ਬਾਰ ਜੰਮਦਾ ਮਰਦਾ ਜੂਨਾਂ 'ਚ। ਫੇਰ ਮਹਾਰਾਜ ਕਹਿੰਦੇ ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਵੀ ਜਿਵੇਂ ਮ੍ਰਿਤਕ ਜੀਵ ਹੁੰਦਾ ਸਵਾਸਾਂ ਤੋਂ ਬਿਨਾਂ, ਜਿਹਨੂੰ ਆਪਾਂ ਕਹਿੰਦੇ ਨੇ ਮਰ ਗਿਆ, ਤੇ ਮਰੇ ਹੋਏ ਨੂੰ ਜਿਵੇਂ ਸਵਾਰ ਦਿੰਦੇ, ਜਦੋਂ ਕੋਈ ਜੀਵ ਮਰ ਜਾਂਦਾ ਨਾ ਨਮਾਉਂਦੇ, ਨਮਾ ਕੇ ਉਹਨੂੰ ਕੱਪੜੇ ਪਾ ਦਿੰਦੇ ਸੋਹਣੇ। ਹੁਣ ਉਹਨੂੰ ਕੀ ਲਾਹਾ, ਉਹਨੂੰ ਬਾਹਰੋਂ ਚਾਹੇ ਜਿੰਨਾ ਮਰਜ਼ੀ ਸਵਾਰੀ ਜਾਓ, ਜਿਵੇਂ ਮਰਜ਼ੀ ਉਹਨੂੰ ਨਮਾਓ, ਚਾਹੇ ਨਾ ਨਮਾਓ, ਚਾਹੇ ਉਹਦੇ ਨਾਲ ਜੋ ਮਰਜ਼ੀ ਕਰੋ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਸੰਤਾਂ ਦਾ ਜਿਹੜਾ ਦੁਖੀ ਉਹ ਅੰਦਰੋਂ ਖਾਲੀ, ਅੰਦਰੋਂ ਥੋਥਾ ਹੈ, ਅੰਦਰੋਂ ਝੂਠਾ ਹੈ। ਇਸ ਲਈ ਇਸ ਤਰ੍ਹਾਂ ਵੀ ਜਿਵੇਂ ਸਵਾਸਾਂ ਤੋਂ ਬਿਨਾਂ ਮ੍ਰਿਤਕ ਜੀਵ ਹੁੰਦਾ, ਉਹ ਸਮਝ ਲਓ ਇੱਕ ਕਿਸਮ ਦਾ ਮ੍ਰਿਤਕ ਹੈ, ਮਰਿਆ ਹੋਏ। ਇਹ ਮਹਾਰਾਜ ਕਹਿੰਦੇ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਨ ਬੀਜ ਆਪੇ ਹੀ ਖਾਹੀ। ਵੀ ਸੰਤਾਂ ਦੇ ਦੁਖੀ ਦੀ ਜੜ ਕੁਛ ਨਹੀਂ। ਫਿਰ ਜਿਵੇਂ ਉਹ ਜੋ ਬੀਜਦਾ ਫਿਰ ਉਹੀ ਉਹਨੂੰ ਵੱਢਣਾ ਪੈਂਦਾ। ਬੀਜਦਾ ਕੀ, ਉਹ ਇੱਥੇ ਰਹਿ ਕੇ ਸੰਤਾਂ ਦਾ ਦੁਖੀ ਨਿੰਦਿਆ ਕਰਦਾ, ਉਹਨਾਂ ਦੀ ਬੁਰਾਈ ਕਰਦਾ, ਉਹਨਾਂ ਨਾਲ ਵੈਰ ਵਿਰੋਧ ਕਰਦਾ। ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਵੀ ਮਨਮੁਖ ਦਾ ਪਿਆਰ ਦੁਸ਼ਟਾਂ ਦੇ ਨਾਲ ਤਾਂ ਮੋਹ ਪਿਆਰ ਹੈ, ਜਿਹੜੇ ਉੱਦਾਂ ਦੇ ਨੇ, ਜਿਹੜੇ ਨਿੰਦਿਆ ਕਰਨ ਵਾਲੇ, ਵੈਰ ਵਿਰੋਧ ਕਰਨ, ਉਹਨਾਂ ਨਾਲ ਪਿਆਰ ਹੈ। ਪਰ ਸੰਤਾਂ ਨਾਲ ਵੈਰ ਕਮਾਉਂਦਾ, ਉਹਨਾਂ ਦੀ ਨਿੰਦਿਆ ਕਰਦਾ। ਤੇ ਇਸ ਲਈ ਮਹਾਰਾਜ ਕਹਿੰਦੇ ਫਿਰ ਉਹਦੀ ਜੜ ਕੁਛ ਨਹੀਂ। ਬਈ ਜੋ ਬੀਜਦਾ ਫਿਰ ਉਹੀ ਉਹਨੂੰ ਵੱਢਣਾ ਪੈਂਦਾ ਹੈ। ਕਿਉਂਕਿ ਇਹ ਜਿਹੜਾ ਸਾਡਾ ਸਰੀਰ ਇਹ ਕਰਮਾਂ ਰੂਪੀ ਖੇਤ ਹੈ, ਜੋ ਅਸੀਂ ਇਹਦੇ 'ਚ ਬੀਜਾਂਗੇ ਉਹੀ ਸਾਨੂੰ ਵੱਢਣਾ ਪੈਣਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਹੀ। ਹੁਣ ਜੇ ਅਸੀਂ ਇਹਦੇ 'ਚ ਬਿੱਖ ਬੀਜਾਂਗੇ ਤੇ ਸਾਨੂੰ ਬਿੱਖ ਹੀ ਵੱਢਣੀ ਪੈਣੀ। ਜੇ ਆਖੀਏ ਵੀ ਬੀਜੀਏ ਬਿੱਖ ਤੇ ਮੰਗੀਏ ਅੰਮ੍ਰਿਤ, ਉਹ ਤਾਂ ਹੋਣਾ ਨਹੀਂ। ਸੋ ਇਸ ਕਰਕੇ ਫਿਰ ਮਨਮੁਖ ਜੀਵ ਇਹਦੇ ਵਿੱਚ ਫਿਰ ਉਹ ਦੁਖੀ ਬੀਜਦਾ ਤੇ ਦੁਖੀ ਉਹਨੂੰ ਵੱਢਣਾ ਪੈਂਦਾ। ਭਾਈਓ ਸਤਿਗੁਰੂ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਬਈ ਉਹ ਦੁੱਖਾਂ ਦਾ ਖੇਤ, ਉਹਨੇ ਦੁੱਖ ਹੀ ਬੀਜਿਆ ਤੇ ਦੁੱਖ ਹੀ ਖਾਣਾ ਪੈਣਾ, ਦੁੱਖ ਹੀ ਵੱਢਣਾ ਪੈਣਾ। ਫੇਰ ਮਹਾਰਾਜ ਕਹਿੰਦੇ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ, ਨਾਨਕ ਸੰਤ ਭਾਏ ਤਾਂ ਲਏ ਉਬਾਰ। ਹੁਣ ਸੰਤਾਂ ਦੇ ਦੁਖੀ ਨੂੰ ਹੋਰ ਕੋਈ ਦੂਜਾ ਨਹੀਂ ਬਚਾ ਸਕਦਾ, ਹੋਰ ਕੋਈ ਰੱਖਣਹਾਰ ਨਹੀਂ ਹੈ। ਪਰ ਜੇ ਸੰਤ ਭਾਵੇ ਤਾਂ ਉਹਨੂੰ ਵੀ ਉਭਾਰ ਲਵੇ। ਜੇ ਸੰਤ ਭਾਵੇ ਤੇ ਉਹ ਵੀ ਜਿਹੜਾ ਮਨਮੁਖ ਜਿਵੇਂ ਸੁੱਕੇ ਹੋਏ ਦਰਖਤ ਵਰਗਾ ਹੈ। ਜਿਵੇਂ ਬੀਆਬਾਨ ਦੇ ਵਿੱਚ ਦਰਖਤ ਉੱਗਿਆ, ਕਿਉਂਕਿ ਉਹ ਸੁੱਕ ਗਏ, ਤੇ ਸੁੱਕੇ ਦਾ ਨਾ ਉਹਨੂੰ ਕੋਈ ਫਲ ਤੇ ਨਾ ਉਹਦੀ ਕੋਈ ਛਾਂ ਬਣ ਸਕਦਾ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਹੋਵੇ ਸੁੱਕ ਗਏ, ਨਾ ਫਲ ਤੇ ਨਾ ਛਾਂ, ਉਹਨਾਂ ਪਾਸ ਨਾ ਬੈਸੀ, ਉਹਨਾਂ ਘਰ ਨਾ ਗਿਰੋਂ। ਬਈ ਉਹ ਸੁੱਕੇ ਦਰਖਤ ਵਰਗਾ, ਪਰ ਜੇ ਸੰਤ ਚਾਹਵੇ ਤੇ ਉਹ ਸੁੱਕਾ ਹੋਇਆ ਫਿਰ ਹਰਿਆ ਭਰਿਆ ਹੋ ਸਕਦਾ। ਜੇ ਸੁੱਕੇ ਨੂੰ ਪਾਣੀ ਮਿਲ ਜੇ, ਸੁੱਕੇ ਦੀ ਫਿਰ ਉਹ ਜੜ ਹਰੀ ਹੋ ਜਾਵੇ ਤੇ ਉਹ ਫਿਰ ਉਹਨੂੰ ਛਾਂ ਵੀ ਹੋ ਜਾਏਗੀ ਤੇ ਉਹਨੂੰ ਵੱਲ ਵੀ ਲੱਗ ਜੇ। ਇਸੇ ਕਰਕੇ ਫਿਰ ਜੇ ਸੰਤ ਚਾਹਵੇ ਤੇ ਮਹਾਰਾਜ ਕਹਿੰਦੇ ਫਿਰ ਉਹਦਾ ਵੀ, ਉਹਨੂੰ ਵੀ ਆਧਾਰ ਸਕਦਾ, ਉਹਨੂੰ ਵੀ ਦੁਬਾਰਾ ਪਾਰ ਸਕਦਾ, ਉਹਦੀ ਵੀ ਬੰਦ ਖਲਾਸੀ ਹੋ ਸਕਦੀ। ਸੋ ਇਹ ਹੈ ਫਿਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਸੰਤਾਂ ਦੀ ਮਹਿਮਾ ਦੱਸਦੇ, ਸੰਤਾਂ ਦੀ ਵਡਿਆਈ ਦੱਸਦੇ। ਜਿਵੇਂ ਹੁਣ ਆਮ ਜੀਵ ਕਈ ਕਹਿ ਦਿੰਦੇ ਸੰਤ ਤਾਂ ਹੁੰਦੇ ਹੀ ਨਹੀਂ ਜੀ। ਸੰਤ ਹੁੰਦੇ ਨੇ ਪਰ ਸਾਨੂੰ ਸੰਤਾਂ ਦੀ ਪਹਿਚਾਣ ਨਹੀਂ ਆਉਂਦੀ, ਕਿਉਂਕਿ ਇੱਧਰ ਕਾਲ ਨੇ ਵੀ ਆਪਦੇ ਸੰਤ ਪੈਦਾ ਕੀਤੇ ਹੋਏ, ਜਿਨ੍ਹਾਂ ਨੂੰ ਗੁਰਬਾਣੀ 'ਚ ਨਾਲੀਏ ਸੰਤ ਕਹਿ ਦਿੱਤਾ, ਕਾਲ ਦੇ ਸੰਤ ਕਹਿ ਦਿੱਤਾ।
ਵੈਸੇ ਤਾਂ ਸਾਨੂੰ ਸਾਰਿਆਂ ਨੂੰ ਸੰਤ ਆਖਿਆ, ਕਿਉਂਕਿ ਅਸੀਂ ਸਾਰੇ ਪਰਮਾਤਮਾ ਦੇ ਬੱਚੇ ਤੇ ਸਾਨੂੰ ਸਾਰਿਆਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਵੀ ਸੰਤੋ ਸਾਡੀ ਗੱਲ ਸੁਣੋ, ਵੀ ਜੇ ਤੁਸੀਂ ਆਤਮਿਕ ਸੁੱਖ ਲੈਣਾ, ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ, ਫਿਰ ਤੁਸੀਂ ਸਤ ਸੰਗਤ 'ਚ ਆਓ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਓ। ਮਾਰੇ ਫਰਮਾਉਂਦੇ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੋ ਕੀਜੇ। ਜੇ ਆਤਮ ਕੋ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਜੇ। ਕਿ ਜੇ ਤੁਸੀਂ ਆਤਮਿਕ ਸੁੱਖ ਚਾਹੁੰਦੇ ਹੋ ਤੇ ਸਤਿਗੁਰਾਂ ਦੀ ਸ਼ਰਨ 'ਚ ਆਓ। ਹੁਣ ਕਹਿੰਦੇ ਤਾਂ ਸਾਰਿਆਂ ਨੂੰ ਸੰਤ ਨੇ, ਪਰ ਸਾਡੀ ਨਾਮ ਦੇ ਨਾਲੋਂ ਲਿਵ ਟੁੱਟੀ ਹੋਣ ਕਰਕੇ, ਪਰਮਾਤਮਾ ਤੋਂ ਅਸੀਂ ਬੇਮੁਖ ਹੋਣ ਕਰਕੇ ਫਿਰ ਸਾਨੂੰ ਅਨਾੜੀ ਸੰਤ ਕਹਿ ਦਿੱਤੇ ਵੀ ਇਹ ਅਨਾੜੀ ਸੰਤ ਨੇ, ਵੀ ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਸੋਝੀ ਨਹੀਂ। ਫਿਰ ਇਸੇ ਤਰ੍ਹਾਂ ਹੀ ਕਾਲ ਨੇ ਆਪਦੇ ਸੰਤ ਪੈਦਾ ਕੀਤੇ, ਅਨਾੜੀ ਸੰਤ, ਵੀ ਤਾਂ ਕਿ ਇਹਨਾਂ ਨੂੰ ਅਸਲੀਅਤ ਦਾ ਭੇਤ ਨਾ ਆਵੇ, ਇੱਥੋਂ ਨਿਕਲ ਨਾ ਜਾਣ। ਬਈ ਇਹਨਾਂ ਨੂੰ ਹੁਣ ਜਦੋਂ ਕਾਲ ਨੇ ਦੁਖੀ ਕਰਨਾ, ਪਰਿਵਾਰਾਂ 'ਚ ਕਲੇਸ਼ ਪਾਉਣਾ, ਲੜਾਈਆਂ ਝਗੜੇ ਕਰਾਉਣੇ, ਵੀ ਇਹ ਜਦੋਂ ਦੁਖੀ ਹੋਣਗੇ ਇਹ ਸ਼ਾਂਤੀ ਵਾਸਤੇ ਵੀ ਇਹਨਾਂ ਨੂੰ ਵਹਿਮ ਭਰਮ ਪਾ ਦਿਓ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਛ ਕਰ ਦਿੱਤਾ, ਜਾਂ ਕੋਈ ਹੋਰ ਰੂਹ ਆ ਗਈ ਹੈ, ਜਾਂ ਕੋਈ ਭੂਤ ਪ੍ਰੇਤ ਆ ਗਈ ਹੈ, ਜਾਂ ਕਿਸੇ ਨੇ ਕੁਛ ਹੋਰ ਕਰ ਦਿੱਤਾ। ਤੇ ਇਸ ਤਰ੍ਹਾਂ ਜਦੋਂ ਇਹਨਾਂ ਨੂੰ ਵਹਿਮ ਭਰਮ ਪਾ ਦੋਗੇ ਤੇ ਇਹ ਜਾਣਗੇ ਸੰਤਾਂ ਪਾਸੇ, ਲੱਭਣਗੇ ਵੀ ਸਾਡੇ ਪਰਿਵਾਰ 'ਚ ਸੁੱਖ ਆਵੇ, ਸ਼ਾਂਤੀ ਆਵੇ। ਤੇ ਉਹ ਕਾਲ ਨੇ ਫਿਰ ਆਪਦੇ ਸੰਤ ਬਣਾ ਦਿੱਤੇ ਵੀ ਜਦੋਂ ਇਹ ਆਉਣਗੇ ਇਹਨਾਂ ਨੂੰ ਹੋਰ ਵਹਿਮ ਭਰਮ 'ਚ ਪਾ ਦੇਣਾ, ਵੀ ਇਹਨਾਂ ਨੂੰ ਅਸਲੀਅਤ ਦਾ ਪਤਾ ਨਾ ਲੱਗੇ, ਵੀ ਇਹਨਾਂ ਨੂੰ ਤੁਸੀਂ ਭਰਮ 'ਚ ਪਾਉਣਾ। ਤੇ ਉਹਨਾਂ ਕੋਲ ਜਦੋਂ ਅਸੀਂ ਨਾੜੀ ਸੰਤਾਂ ਕੋਲ ਚਲੇ ਗਏ, ਉਹਨਾਂ ਨੇ ਕਹਿਣਾ ਤੁਹਾਡੇ ਘਰ ਕਿਸੇ ਨੇ ਕੁਛ ਕੀਤਾ ਤੇ ਤੁਸੀਂ ਉਹਦਾ ਉਪਾਅ ਕਰਾਓ, ਤੇ ਉਹਦੇ ਉਪਾਅ ਵਾਸਤੇ ਇੰਨਾ ਪੈਸਾ ਲੱਗੇਗਾ, ਇੰਨੀ ਸਮੱਗਰੀ ਲੱਗੇਗੀ, ਆਹ ਕਰਾਓ ਆਹ ਕਰਾਓ, ਤੇ ਅਸੀਂ ਇਲਾਜ ਕਰ ਦਿਆਂਗੇ। ਉਹਨਾਂ ਨੇ ਸਾਨੂੰ ਇਹ ਨਹੀਂ ਦੱਸਣਾ ਵੀ ਤੁਸੀਂ ਇਲਾਜ ਆਪ ਹੀ ਕਰ ਸਕਦੇ ਹੋ, ਵੀ ਤੁਸੀਂ ਸਿਮਰਨ ਕਰੋ। ਉਹਨਾਂ ਨੇ ਸਿਮਰਨ ਤੇ ਨਹੀਂ ਲਾਉਣਾ, ਉਹਨਾਂ ਨੇ ਕਹਿਣਾ ਤੁਸੀਂ ਆਹ ਕੰਮ ਕਰ ਲਓ, ਗੁਰਬਾਣੀ ਕਹਿ ਦੇਣਗੇ ਗੁਰਬਾਣੀ ਪੜ੍ਹ ਲਓ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਕਿਹੜਾ ਗੁਰਬਾਣੀ ਦੀ ਸਮਝ ਆਉਣੀ ਹੈ ਵੀ ਕੀ ਕਹਿ ਰਹੇ ਗੁਰਬਾਣੀ। ਗੁਰਬਾਣੀ ਪੜ੍ਹਦੇ ਤਾਂ ਮਨ ਹੀ ਨਹੀਂ ਟਿਕਣਾ। ਇਸ ਵਾਸਤੇ ਉਹਨਾਂ ਨੇ ਸਾਨੂੰ ਉਲਝਾਉਣਾ, ਉਹਨਾਂ ਨੇ ਸਾਨੂੰ ਹੋਰ ਅਸ਼ਾਂਤ, ਹੋਰ ਦੁਖੀ ਕਰਕੇ ਹੋਰ ਭਰਮ 'ਚ ਪਾ ਦੇਣਾ। ਫਿਰ ਉਹਨਾਂ ਨੂੰ ਗੁਰਬਾਣੀ 'ਚ ਕਹਿੰਦੇ ਆ ਨਾੜੀ ਸੰਤ, ਮਾਰੇ ਕਹਿੰਦੇ ਆ ਸੰਤ ਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੇ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਛੀਜੇ। ਉਹਨੂੰ ਗੁਰਬਾਣੀ 'ਚ ਫਿਰ ਨਾੜੀ ਸੰਤ ਆਖੇ, ਅੰਧ ਗਿਆਨੀ ਆਖੇ। ਉਹਦੀ ਬੁੱਧ ਕੱਚੀ ਹੈ, ਉਹ ਕਥ ਕਹਾਣੀ ਨਹੀਂ ਕਰੇਗਾ, ਉਹ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਨਹੀਂ ਦੱਸੇਗਾ। ਬਾਹਰੀ ਲਿਬਾਸ ਬੜਾ ਸੋਹਣਾ ਪਾਇਆ ਹੋਏਗਾ, ਹੋ ਸਕਦਾ ਉਹਦੇ ਨਾਲ ਦੁਨੀਆ ਬਹੁਤ ਜੁੜੀ ਹੋਵੇ, ਲੋਕ ਬਹੁਤ ਜੁੜੇ ਹੋਣ, ਇਕੱਠ ਬਹੁਤ ਜ਼ਿਆਦਾ ਹੋਵੇ, ਪਰ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਾਨੀ ਕੀ? ਕਹਿੰਦੇ ਮਨਮੁਖ ਬੁੱਧ ਕਾਚੀ ਮਨੂਆਂ ਡੋਲੇ, ਕਥੇ ਨਾ ਕਥ ਕਹਾਣੀ। ਵੀ ਉਹਨੇ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਨਹੀਂ ਦੱਸਣਾ, ਉਹਨੇ ਸਾਨੂੰ ਵਹਿਮਾਂ ਭਰਮਾਂ 'ਚ ਪਾਈ ਜਾਣਾ। ਤੁਹਾਡਾ ਕੋਈ ਕੰਮ ਨਹੀਂ ਹੁੰਦਾ, ਤੁਸੀਂ ਆਹ ਕਰ ਲਓ, ਤੁਹਾਡੇ ਘਰ 'ਚ ਕੋਈ ਬਿਮਾਰੀ ਹੈ, ਤੁਸੀਂ ਆਹ ਕਰ ਲਓ, ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਤੁਸੀਂ ਆਹ ਕਰ ਲਓ। ਉਹ ਆਹ ਚੀਜ਼ਾਂ ਦਾ ਸਾਨੂੰ ਦੱਸੇਗਾ, ਪਰ ਸਾਨੂੰ ਇਹ ਨਹੀਂ ਦੱਸੇਗਾ ਵੀ ਅਸੀਂ ਇਹ ਜੰਜਾਲ 'ਚੋਂ ਨਿਕਲਣਾ ਕਿਵੇਂ, ਅਸੀਂ ਇਹ ਮਾਇਆ ਤੋਂ ਆਜ਼ਾਦ ਕਿਵੇਂ ਹੋਣਾ, ਸਾਡੇ ਮਨ ਨੂੰ ਸ਼ਾਂਤੀ ਕਿਵੇਂ ਆਵੇ, ਅਸੀਂ ਆਪਦੇ ਘਰ ਕਿਵੇਂ ਜਾਣਾ ਜਿੱਥੇ ਸਦਾ ਸੁੱਖ ਸਦਾ ਆਨੰਦ ਹੈ। ਉਹ ਘਰ ਦਾ ਭੇਤ ਨਹੀਂ ਦੇਗਾ। ਇਸ ਕਰਕੇ ਫਿਰ ਮਾਰੇ ਕਹਿੰਦੇ ਬਈ ਉਹ ਜਿਹੜੇ ਅਨਾੜੀ ਸੰਤ ਨਾਲ ਨਾਲ ਸਾਨੂੰ ਉਹਨਾਂ ਦਾ ਭੇਦ ਦਿੱਤਾ ਹੋਇਆ, ਵੀ ਤਾਂ ਕਿ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਆਪਦਾ ਜੀਵਨ ਨਾ ਬਰਬਾਦ ਕਰ ਲਈਏ। ਸਾਡਾ ਜੀਵਨ ਬੜਾ ਅਮੁੱਲ ਹੈ, ਬਾਰ-ਬਾਰ ਨਹੀਂ ਮਿਲਦਾ। ਅਸੀਂ ਵਹਿਮਾਂ ਭਰਮਾਂ 'ਚ ਪੈ ਕੇ ਇਹਦੇ ਸਾਡਾ ਜੀਵਨ ਵਿਅਰਥ ਹੀ ਨਾ ਚਲਾ ਜਾਵੇ। ਇਸ ਵਾਸਤੇ ਫਿਰ ਇਹ ਆਪਾਂ ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਗਿਆਨ ਲਈ ਹੁਣ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਸਤਸੰਗ 'ਚ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ। ਸੋ ਉਸੇ ਗਿਆਨ ਨੂੰ ਆਪਾਂ ਹੁਣ ਦ੍ਰਿੜ ਕਰਦੇ ਵਾਰ-ਵਾਰ, ਤਾਂ ਕਿ ਸਾਡੇ ਹਿਰਦੇ 'ਚ ਵਸ ਜੇ।
ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।